ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 1 ਅਗਸਤ, ਸਮਾਂ ਸ਼ਾਮ ਦੇ 6:30 ਦਾ। ਪ੍ਰੋਗਰਾਮ ਸ਼ਮਾਦਾਨ ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਸ਼ਾਮ ਨੂੰ 6:30 ਤੇ ਲੈ ਕੇ ਹਾਜ਼ਰ ਹੁੰਦੇ ਹਾਂ ਜੀ, ਜਿਸ ਨੂੰ ਸਪਾਂਸਰ ਕੀਤਾ ਜੀ ਸਰਦਾਰ ਸੁਖਵਿੰਦਰ ਸਿੰਘ ਸੰਧੂ ਹੋਰਾਂ ਨੇ ਨਿਊਯਾਰਕ ਤੋਂ। ਇਸ ਤੋਂ ਇਲਾਵਾ ਰੇਡੀਓ ਪੰਜਾਬ ਟੁਡੇ ਨੂੰ ਹਮੇਸ਼ਾ ਹੀ ਸਪੋਰਟ ਕੀਤਾ ਜੀ ਸਰਦਾਰ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਨੇ। ਖਾਸ ਸੁਨੇਹੇ ਵਾਸ਼ਿੰਗਟਨ ਫਰੇਟ ਸਰਵਿਸ ਵੱਲੋਂ, ਜਿਹੜੇ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ ਸ਼ਟਲ ਏਰੀਆ ਦੇ ਵਿੱਚ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਬੋਨਸ ਵੀ ਅੱਛਾ ਦਿੰਦੇ ਨੇ। 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। 24 ਕੈਰਟ ਸੋਨੇ ਦੇ ਗਹਿਣੇ ਖਰੀਦਣ ਦੇ ਲਈ ਕੈਂਟ ਦੇ ਵਿੱਚ ਇੱਕੋ ਇੱਕ ਨਾਂ ਏਸੀ ਜਵੈਲਰਸ। ਲੋਕੇਸ਼ਨ ਹੈ ਜੀ 25416104 ਐਵੀਨਿਊ, 2536562266 ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਵਿਜੇ ਨਾਲ 8568038877 ਤੇ ਕਾਲ ਕਰ ਸਕਦੇ ਹੋ। ਇਹ ਕੁੰਦਨ ਦੇ ਗਹਿਣੇ ਤੁਹਾਨੂੰ ਆਰਡਰ 'ਤੇ ਬਣਾ ਕੇ ਦਿੰਦੇ ਨੇ, ਬਿਲਕੁਲ ਪਿਓਰ ਸੋਨਾ ਦੁਬਈ ਤੋਂ ਇੰਪੋਰਟ ਕਰਦੇ ਨੇ। ਕਿਸੇ ਤਰ੍ਹਾਂ ਦੇ ਅਕਾਊਂਟਸ ਦੇ ਲਈ ਜਾਂ ਟੈਕਸਿਸ ਭਰਨ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ। ਤੁਸੀਂ ਸਦਾ ਮਹਿੰਦਰ ਸਿੰਘ ਸੋਲ, ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208866 ਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਆਫਿਸ ਲੋਕੇਸ਼ਨ ਹੈ ਜੀ 24915 ਐਵੀਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਮੱਖਣ ਨਾਗਰਾ ਇੱਕ ਜਾਣਿਆ ਪਹਿਚਾਣਿਆ ਨਾ, ਇਹਨਾਂ ਨੇ ਆਪਣਾ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ 23609104 ਐਵੀਨਿਊ, ਕੈਂਟ ਤੇ ਖੋਲ੍ਹ ਲਿਆ ਜੀ। ਇੱਥੇ ਤੁਸੀਂ ਪੰਜਾਬੀ ਖਾਣੇ, ਬਟਰ ਚਿਕਨ, ਵੈਜ, ਨੌਨ ਵੈਜ, ਸਨੈਕਸ ਜਾਂ ਫਿਰ ਕੈਟਰਿੰਗ ਕਰਾਉਣੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 2063531699 ਤੇ। ਦੂਜੀ ਲੋਕੇਸ਼ਨ ਹੈ 2532467296 ਦੇ ਉੱਤੇ। ਪੰਜਾਬ ਟਰੱਕ ਐਂਡ ਟ੍ਰੇਲਰ ਜਾਣਿਆ ਪਹਿਚਾਣਿਆ ਨਾ, ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ ਤਮਾਮ ਮਕੈਨੀਕਲ ਕੰਮਾਂ ਦੇ ਲਈ ਪੁੱਛ ਸਕਦੇ ਹੋ। ਡੈਫ ਕਲੀਨਿੰਗ, DOT, ਸੇਫਟੀ ਤੋਂ ਲੈ ਕੇ ਤੁਹਾਡੇ ਟ੍ਰੇਲਰ ਟਰੱਕ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ। ਇੰਜਨ ਰੀਬਿਲਡ, ਟਰਾਂਸਮਿਸ਼ਨ, ਗੇਅਰ। ਪਰਮਜਾ ਜੱਸੀ ਨੂੰ ਕਾਲਸ ਕਰ ਸਕਦੇ ਹੋ 3179797205 ਤੇ, ਜਾਂ ਫਿਰ 6612045818 ਤੇ। ਲੋਕੇਸ਼ਨ ਹੈ ਜੀ 1315 ਵੈਸਟਰਨ ਹਾਨਾ ਐਵੀਨਿਊ, ਇੰਡੀਅਨੈਪਲਿਸ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ, ਬਹੁਤ ਹੀ ਈਜ਼ੀ ਲੋਕੇਸ਼ਨ ਹੈ ਜੀ। ਇੱਥੇ ਤੁਸੀਂ 3 ਐਕਸਲ ਟਰੱਕ ਅਲਾਈਨਮੈਂਟ, ਡੈਫ ਕਲੀਨਿੰਗ, ਹਰ ਤਰ੍ਹਾਂ ਦੇ ਰੀਫਰ ਦੀ ਰਿਪੇਅਰ, ਕੋਈ ਵੀ ਮੇਕ ਹੋਵੇ, ਆਇਲ ਚੇਂਜ, ਟਰੱਕ ਐਂਡ ਟ੍ਰੇਲਰਸ ਦੇ ਨਵੇਂ ਤੇ ਪੁਰਾਣੇ ਟਾਇਰ ਬੈਲੈਂਸਿੰਗ ਕਰਵਾ ਸਕਦੇ ਹੋ। ਇੰਜਨ ਰੀਬਿਲਡ, ਟਰਾਂਸਮਿਸ਼ਨ ਇਹਨਾਂ ਦੀ ਖਾਸੀਅਤ ਹੈ। ਐਡਰੈਸ ਹਾਈਵੇ 66 ਐਗਜ਼ਿਟ 43 10224 ਰੈਜ਼ੀਡੈਂਸੀ ਰੋਡ, ਮਨਾਸਸ। ਫੋਨ ਨੰਬਰ ਹੈ ਜੀ 8043728800 ਦੇ ਉੱਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਚਰਚਾ ਕਰੀਏ ਬੇਅਦਬੀ ਕਾਂਡ ਮਾਮਲੇ ਦੇ ਉੱਤੇ। ਪੰਥਕ ਜਥੇਬੰਦੀਆਂ ਵੱਲੋਂ ਪੰਥ ਨੂੰ ਇੱਕ ਸੁਨੇਹਾ ਦਿੱਤਾ ਗਿਆ ਜੀ, ਉਹ ਕੀ ਹੈ ਸੁਨੇਹਾ? ਦੇਖੋ, ਗੱਲ ਇਹ ਹੈ ਕਿ ਪੰਥਕ ਜਥੇਬੰਦੀਆਂ ਨੇ ਕੱਲ੍ਹ 31 ਜੁਲਾਈ ਨੂੰ ਇੱਕ ਕਨਵੈਨਸ਼ਨ ਬੁਲਾਈ ਸੀ, ਇੱਕ ਇਕੱਠ ਬੁਲਾਇਆ ਸੀ ਜੀ। ਕਾਹਦੇ ਵਾਸਤੇ? ਇਸ ਵਾਸਤੇ ਕਿ ਪੰਜਾਬ ਸਰਕਾਰ ਨੇ ਹੋਂਦ ਵਿੱਚ ਆਉਣ ਦਿਆਂ ਹੀ ਜੀ ਇੱਕ ਭਰੋਸਾ ਦਵਾਇਆ ਸੀ ਕਿ ਅਸੀਂ ਬੇਅਦਬੀ ਦੇ ਮਾਮਲੇ ਨੂੰ ਹੱਲ ਕਰਾਂਗੇ। ਬੇਅਦਬੀ ਦੇ 2 ਪਾਰਟ ਹੈ। ਇੱਕ ਪਾਰਟ ਤਾਂ ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਸਰੂਪ ਦੀ ਚੋਰੀ, ਉਹ ਤੋਂ ਬਾਅਦ ਬੇਅਦਬੀ, ਤੇ ਫਿਰ ਉਹ ਤੋਂ ਵਿਚਕਾਰ ਜੇ ਕਹਿ ਲਈਏ ਆਪਾਂ ਇਸ਼ਤਿਹਾਰ ਲਾਉਣਾ ਜੀ। ਲੇਕਿਨ ਵੱਡੀ ਗੱਲ ਇਹ ਹੈ ਕਿ ਜਦੋਂ ਇਹ ਸਾਰਾ ਕੁਛ ਹੋਇਆ ਸੀ ਤੇ ਜਿਨ੍ਹਾਂ ਸਿੰਘਾਂ ਨੇ ਇਹਦੇ ਖਿਲਾਫ ਪ੍ਰੋਟੈਸਟ ਕੀਤਾ ਜੀ, ਰੋਸ ਪ੍ਰਗਟਾਇਆ, ਉਹਨਾਂ ਤੇ ਪਹਿਲਾਂ ਕੋਟਕਪੂਰਾ ਜੀ ਉੱਥੇ ਤਸ਼ੱਦਦ ਕੀਤਾ ਤੇ ਫਿਰ ਬਹਿਬਲ ਕਲਾਂ ਦੇ ਵਿੱਚ ਗੋਲੀ ਚਲਾਈ। 2 ਬੰਦੇ ਉਹਦੇ ਸ਼ਹੀਦ ਹੋ ਗਏ ਸੀ, ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਜੀ। ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਉਦੋਂ ਤੋਂ ਹੀ ਜਦੋਜਹਿਦ ਕਰ ਰਹੇ ਹੈ। ਉਹ ਕਦੇ ਧਰਨਾ ਲਾ ਲੈਂਦੇ ਹੈ ਵਿੱਚ ਦੀ, ਕਈ ਵਾਰੀ ਕੋਈ ਜਦੋਂ ਭਰੋਸਾ ਮਿਲ ਜਾਂਦਾ ਥੋੜ੍ਹਾ ਬਹੁਤਾ ਫਿਰ ਢਿੱਲੇ ਵੀ ਪੈ ਜਾਂਦੇ ਹੈ। ਪਰ ਇਹ ਵੀ ਬੰਦਾ ਕਛੂਆ ਚਾਲ ਚੱਲਿਆ ਹੋਇਆ ਜੀ, ਉਹਨੇ ਹੌਸਲਾ ਨਹੀਂ ਛੱਡਿਆ, ਲੜਾਈ ਲੜ ਰਹੀ ਹੈ। ਔਰ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਬੇਅਦਬੀ ਇੱਕ ਅਜਿਹਾ ਮਾਮਲਾ ਜਿਸ ਮਾਮਲੇ ਨੇ ਪਹਿਲਾਂ 2-3 ਮੁੱਖ ਮੰਤਰੀ ਹੈ ਜਿਹੜੇ ਉਹਨਾਂ ਨੂੰ ਪਾਣੀ ਪਿਆ। ਬਿਲਕੁਲ।
ਉਹ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਤੇ ਚਾਹੇ ਚਰਨਜੀਤ ਸਿੰਘ ਚੰਨੀ ਸੀ। ਜੀ ਨਵੀਂ ਸਰਕਾਰ ਨੇ ਆਉਣ ਤੋਂ ਪਹਿਲਾਂ ਜਦੋਂ ਕੰਪੇਨ ਚੱਲਦੀ ਹੁੰਦੀ ਸੀਗੀ, ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਕੇਸ ਤਾਂ ਸਾਰਾ ਟਰੇਸ ਹੋਇਆ ਪਿਆ, ਟ੍ਰੇਸ ਹੋਇਆ ਪਿਆ, ਇਹਨੂੰ ਉੱਤੇ ਪਿਆ ਜੀ, ਮੁਲਾਜ਼ਮ ਨੂੰ ਸਾਰਾ ਕੁਝ ਆਇਆ ਤਫਤੀਸ਼ ਪਿਆ। ਸਾਰੀ ਹੋਈ ਪਈ ਹੈ, ਸਰਕਾਰ ਬਣਾ ਦਿਓ ਤੇ 24 ਘੰਟਿਆਂ ਦੇ ਵਿੱਚ ਬੇਅਦਬੀ ਕਰਵਾਉਣ ਵਾਲਿਆਂ ਨੂੰ ਸਲਾਖਾਂ ਪਿੱਛੇ ਡੱਕ ਦਿਆ। ਜੀ ਉਹਨੂੰ ਮਹੀਨੇ ਹੋ ਗਏ ਜੀ 4 ਤੋਂ ਉੱਪਰ। ਸਰਕਾਰ ਨੇ ਪਹਿਲਾਂ 3 ਮਹੀਨੇ ਦਾ ਸਮਾਂ ਮੰਗਿਆ, ਫਿਰ 15 ਦਿਨਾਂ ਦਾ ਹੋਰ ਵਧਾ ਲਿਆ। ਫਿਰ ਉਹ ਜਿਹੜੀ ਵਕੀਲਾਂ ਦੀ ਟੀਮ ਆਉਂਦੀ ਹੁੰਦੀ ਸੀ, ਅਨਮੋਲ ਰਤਨ ਸਿੰਘ ਸਿੱਧੂ ਹੋਰਾਂ ਦੀ, ਐਡਵੋਕੇਟ ਜਨਰਲ ਸਾਹਿਬ ਦੀ, ਜੀ ਉਹ ਆ ਕੇ ਜੀ ਹੁਣ ਆਹ ਕਮੀ ਰਹਿ ਗਈ, ਉਹਨਾਂ ਨੇ ਟਾਈਮ ਟੂ ਮੰਗਦੇ ਰਹੇ, ਪਰ ਪਿੱਛੇ ਫਿਰ ਇਹਨਾਂ ਨੇ ਨਾ ਕਰਤੀ ਸੀ ਕਿ ਜੀ ਨਹੀਂ ਹੁਣ ਬਹੁਤ ਹੋ ਗਈ। ਕੱਲ ਫਿਰ ਜਿਹੜਾ ਹੈਗਾ ਜੀ ਇਹਨਾਂ ਨੇ ਆਪਣਾ ਉਹ ਅਲਟੀਮੇਟਮ ਜਿਹੜਾ ਸੀ ਕਿ ਜੀ ਅਸੀਂ 31 ਨੂੰ ਇੱਕ ਇਕੱਠ ਕਰਕੇ ਉਸ ਇਕੱਠ ਦੇ ਵਿੱਚੋਂ ਇੱਕ ਚੰਗਾ ਤਕੜਾ ਸੁਨੇਹਾ ਦੇਵਾਂਗੇ ਜੀ ਕਿ ਸੰਘਰਸ਼ ਨੂੰ ਕਿਹੜੇ ਪਾਸੇ ਲੈ ਕੇ ਜਾਣਾ। ਔਰ ਕੱਲ ਵਾਲਾ ਜਿਹੜਾ ਹੈਗਾ ਇਕੱਠ ਹੋਇਆ, ਉਹਦੇ ਵਿੱਚ ਭਾਵੇਂ ਆਪਾਂ ਕਹਿ ਦਈਏ ਮੇਨ ਸਟਰੀਮ ਦੇ ਜਾਂ ਕੋਈ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਭਾਵੇਂ ਪਾਰਟਿਸਿਪੇਸ਼ਨ ਨਹੀਂ ਹੋਈ, ਲੇਕਿਨ ਇਹ ਮਾਨ ਸਿੰਘ ਮਾਨ ਦਾ ਉੱਥੇ ਆਉਣਾ ਮਹੱਤਵਪੂਰਨ ਹੈ ਜੀ, ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਬੜੇ ਲੰਬੇ ਸਮੇਂ ਤੋਂ ਉਹਨਾਂ ਨੇ ਉੱਥੇ ਹੀ ਪੱਕਾ ਮੋਰਚਾ ਲਾਇਆ ਹੋਇਆ ਬਰਗਾੜੀ ਤੋਂ ਹੀ, ਤੇ ਹੁਣੇ ਉਹ ਜਿਹੜਾ ਹੈਗਾ ਸੰਗਰੂਰ ਬਾਈ ਇਲੈਕਸ਼ਨ ਵੀ ਜਿੱਤੇ ਪਾਰਲੀਮੈਂਟ ਦੀ, ਉਹਦਾ ਕਰਕੇ ਵੀ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਉਤਸ਼ਾਹ ਹੈ। ਠੀਕ ਹੈ ਵੀ ਕੋਈ ਵਿਵਾਦ ਵੀ ਚੱਲਦੇ ਆ, ਸ਼ਹੀਦ ਆਜ਼ਮ ਭਗਤ ਸਿੰਘ ਨੂੰ ਲੈ ਕੇ, ਅਰੂੜ ਸਿੰਘ ਹੋਰਾਂ ਨੂੰ ਲੈ ਕੇ, ਉਹ ਆਇਆ ਪਿੱਛੇ ਜੇ ਹੁਣ ਇਹ ਹੋ ਗਈ ਸੀਗੀ ਜੀ ਜ਼ਮੀਨ ਜਿਹੜੀ ਹੈਗੀ ਪੰਜਾਬ ਸਰਕਾਰ ਨੇ ਛਡਵਾ ਲਈ, ਪਰ ਉਹ ਜਿਹੜਾ ਕਾਗਜ਼ ਪੱਤਰ ਕੱਢ ਕੇ ਪੇਸ਼ ਕਰੀ ਜਾਂਦੇ, ਰਿਕਾਰਡ ਪੇਸ਼ ਕਰੀ ਜਾਂਦੇ, ਉਹ ਕਹਿੰਦੇ ਕਹਾਣੀ ਕੁਛ ਹੋਰ ਹੈ, ਅਸਲ ਦੇ ਵਿੱਚ ਉਹ ਕਹਿੰਦੇ ਜੀ ਇਹ ਤਾਂ ਜਿਹੜੀ ਹੈਗੀ ਹੈ ਇਵੈਂਟ ਮੈਨੇਜਮੈਂਟ ਹੈ। ਕਿਉਂਕਿ ਜੋ ਕੁਛ ਜਿਵੇਂ ਤੁਹਾਡਾ ਅਨਮੋਲ ਰਤਨ ਸਿੰਘ ਸਿੱਧੂ ਦਾ ਅਸਤੀਫਾ ਤੇ ਅਸਤੀਫੇ ਤੋਂ ਬਾਅਦ ਫਿਰ ਨਵਾਂ ਏਜੀ ਲਾਉਣਾ ਜੀ, ਏਜੀ ਵਿਨੋਦ ਕਈ ਨੂੰ ਉਹਨੂੰ ਲਾ ਦਿੱਤਾ, ਜਿਹੜੇ ਉੱਤੇ ਪਹਿਲਾਂ ਇਲਜ਼ਾਮ ਹੈ ਕਿ ਜੀ ਉਹ ਡੇਰੇ ਵਾਲਿਆਂ ਦਾ ਵੀ ਵਕੀਲ ਰਿਹਾ, ਉਹ ਸੁਮੈਦ ਸਿੰਘ ਸੈਣੀ ਦਾ ਵੀ ਵਕੀਲ ਰਿਹਾ ਤੇ ਵਗੈਰਾ ਵਗੈਰਾ। ਉਹਦਾ ਕਰਕੇ ਕਿਉਂਕਿ ਇੱਕ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਿੱਚ ਨਵੀਂ ਗੱਲ ਚੱਲ ਪਈ ਸੀ, ਤੇ ਫਿਰ ਇਹ ਚੱਲ ਪਿਆ ਜੀ ਆਪਾਂ ਖੇਤ ਖਲਿਆਣ ਖਾਲੀ ਕਰਵਾਉਣੇ ਆ। ਬਿਲਕੁਲ। ਔਰ ਨਾਲ ਹੀ ਫਿਰ ਤੁਸੀਂ ਦੇਖੋ ਵੀ ਕਈ ਵਾਰੀ ਹੁੰਦੀ ਹੈ ਇਹੋ ਜਿਹੀ ਗੱਲ ਹੁੰਦੀ ਹੈ ਵੀ ਜਦੋਂ ਬੰਦਾ ਕਰਦਾ ਚੰਗਾ ਪਰ ਹੋ ਜਾਂਦਾ ਮਾੜਾ ਹੋ ਜਾਂਦਾ। ਬਿਲਕੁਲ। ਉਧਰ ਚੰਗਾ ਕਰ ਲਿਆ ਤੇ ਨਾਲ ਦੀ ਨਾਲ ਹੀ ਆਪਣੇ ਜੌੜ ਮਾਜਰਾ ਸਾਹਿਬ ਨੇ ਇਹ ਜਿਹੇ ਜੁੜੇ ਲੋਹਾਏ ਉਹਦੇ ਆਪਣੇ ਦੇ BC ਦੇ ਉਹ ਕੰਮ ਇੱਕ ਨਵਾਂ ਚੱਲ ਪਿਆ, ਡਿਬੇਟ ਇੱਕ ਹੋਰ ਹੀ ਚੱਲ ਪਈ, ਸੁਰਖੀਆਂ ਹੋਰ ਬਣ ਗਈਆਂ, ਹੋਰ ਹੀ ਕੰਮ ਚੱਲ ਪੈਂਦਾ। ਫਿਰ ਇਹ ਮਾਂ ਵੀ ਇਹਨੂੰ ਵੀ ਠੰਡਾ ਕਰੀਏ ਕੁਛ ਨਾ ਕੁਛ, ਫਿਰ ਇਹ ਮਾਨ ਸਾਹਿਬ ਵਾਲੀ ਗੱਲ ਕੀਤੀ, ਲਓ ਜੀ ਅਸੀਂ ਤਾਂ ਆਹ ਕੁਛ ਕਰੀਏ, ਕੁਛ ਕਰਤਾ, ਉਹ ਵੀ ਰੌਲਾ ਪੈ ਗਿਆ। ਸੋ ਚੱਲਦਿਆਂ ਚਲਾਉਂਦੇ ਜਿਹੜੇ ਉਸ ਕਿਸਮ ਦੀ ਜਿਹੜੀ ਵਿਵਾਦਾਂ ਦੇ ਵਿੱਚ ਕਿ ਨਵੀਂ ਚੀਜ਼ ਨਹੀਂ ਆਪਾਂ ਕਹਾਂਗੇ, ਪੁਰਾਣਾ ਮੁੱਦਾ ਇਹਦੇ ਤੇ ਜੀ ਫਿਰ ਕੱਲ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਚਾਰਾਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਦੇਖੋ ਹੁਣ ਕੀ ਕਰਨਾ, ਆਪਾਂ ਅਗਲੀ ਗੱਲ ਕਰਦੇ। ਦਨੇਲੇ ਸਾਹਿਬ ਮੈਨੂੰ ਇੱਕ ਬਹੁਤ ਤਸੱਲੀ ਹੋਈ ਜੀ ਦੋ ਗੱਲਾਂ ਕਰਕੇ। ਇੱਕ ਤਾਂ ਅੰਦੋਲਨਕਾਰੀਆਂ ਨੇ ਭਗਵੰਤ ਸਿੰਘ ਮਾਨ ਨੂੰ ਟਾਰਗੇਟ ਨਹੀਂ ਕੀਤਾ। ਅੱਛਾ ਜੀ, ਠੀਕ ਹੈ, ਮੁੱਖ ਮੰਤਰੀ ਨਾਂ ਲੈਂਦੇ ਰਹੇ, ਚੱਲਦਾ ਰਿਹਾ, ਮਾਨ ਸਰਕਾਰ ਦੀ ਗੱਲ ਵੀ ਚੱਲਦੀ ਰਹੀ ਹੈ, ਲੇਕਿਨ ਮੁੱਖ ਤੌਰ ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਰਾਘਵ ਚੱਡੇ ਨੂੰ। ਇੱਕ ਤਾਂ ਇਹ ਗੱਲ ਕਿ ਉਹਨਾਂ ਨੇ ਜਿਹੜੀ ਹੈਗੀ ਹੈ ਜੜ ਫੜ ਲਈ ਕਿ ਗੜਬੜ ਕਿੱਥੇ ਹੈ। ਭਗਵੰਤ ਸਿੰਘ ਮਾਨ ਚਾਹੁਣ ਦੇ ਬਾਵਜੂਦ ਵੀ ਜੋ ਕੁਛ ਕਰਨਾ ਚਾਹੁੰਦੇ ਆ ਉਹ ਹੋ ਨਹੀਂ ਸਕਦਾ। ਦੂਜੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੀ। ਕੁਲਤਾਰ ਸਿੰਘ ਸੰਧਵਾਂ ਹੁਣੀ ਆਪਾਂ ਜਾਣਦੇ ਹਾਂ ਕਿ ਡੇ 1 ਤੋਂ ਉਹ ਇਸ ਸੰਘਰਸ਼ ਦੇ ਵਿੱਚ ਜਿਹੜਾ ਹੈਗਾ ਭਾਈਚਾਰੇ ਦਾ ਸਾਥ ਦੇ ਰਹੇ ਹੈ, ਤੇ ਕੱਲ ਵੀ ਉਹ ਚੇਚੇ ਤੌਰ ਤੇ ਆਏ ਜੀ। ਟਾਈਮ ਭਾਵੇਂ ਉਹਨਾਂ ਨੇ ਬਹੁਤਾ ਨਹੀਂ ਲਾਇਆ, ਤੇ ਜਦੋਂ ਆ ਗਏ ਤੇ ਉਹ ਕਹਿੰਦੇ ਜੀ ਚਲੋ ਆਪਾਂ ਇਹਨਾਂ ਨੂੰ ਵੀ ਬੋਲਣ ਦਾ ਮੌਕਾ ਦੇਈਏ। ਉਹਨਾਂ ਨੇ ਕਿਹਾ ਜੀ ਬੋਲੇ ਥੋੜਾ ਜਿਹਾ। ਉਹਨਾਂ ਨੇ ਕਿਹਾ ਯਾਰ ਥੋੜਾ ਸਾਨੂੰ ਨਾ ਵਕਤ ਦਿਓ। ਵੈਸੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਸੰਵਿਧਾਨਕ ਪੋਸਟ ਦੇ ਉੱਤੇ ਆ, ਮੈਂ ਸਰਕਾਰ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ, ਬਿਲਕੁਲ ਮੈਂ ਰਿਪਰੈਜ਼ੈਂਟ ਨਹੀਂ ਕਰ ਸਕਦਾ, ਪਰ ਮੈਂ ਜੁੜਿਆ ਹੋਇਆ। ਗੱਲ ਕਰਦੇ ਆ ਰੋਜ਼, ਕਹਿੰਦੇ ਆ ਵੀ ਜੀ ਜਿਹੜਾ ਇਨਸਾਫ ਮਿਲੇ, ਇਨਸਾਫ ਮਿਲੂਗਾ, ਲਾਰਾ ਲੱਪਾ ਨਹੀਂ ਚੱਲਦਾ। ਕਹਿੰਦੇ ਕੁਛ ਤਕਨੀਕੀ ਜਾਂ ਕਾਨੂੰਨੀ ਅੜਚਣਾਂ ਜੀ, ਉਹਨਾਂ ਨੂੰ ਦੂਰ ਕਰਨ ਵਾਸਤੇ ਵਕਤ ਲੱਗ ਜਾਣਾ, ਤੁਸੀਂ ਸਾਨੂੰ ਸਮਾਂ ਦਿਓ। ਇਹ ਉਹਨਾਂ ਨੇ ਸਮਾਂ ਮੰਗਿਆ। ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਜੀ ਉਹ ਬਹੁਤ ਵੱਡੀ ਗੱਲ ਕਹਿਤੀ। ਉਹਨਾਂ ਨੇ ਕਹਿਤਾ ਕਿ ਮੈਨੂੰ ਇਹ ਪੱਕਾ ਪਤਾ ਹੈ ਜੀ ਕਿ ਮੇਰੀ ਬਾਂਹ ਤਾਂ ਮੇਰਾ ਭਾਈਚਾਰਾ ਹੀ ਫੜੂਗਾ, ਖਾਲਸਾ ਪੰਥ ਹੀ ਹੈ ਮੇਰੇ ਨਾਲ, ਹੋਰ ਕੋਈ ਨਹੀਂ। ਇਹ ਗੱਲ ਉਹਨਾਂ ਨੇ ਬਹੁਤ ਵੱਡੀ ਕਹਿ ਕੇ ਆਪਣਾ ਕੱਦ ਬੜਾ ਉੱਚਾ ਕਰ ਲਿਆ। ਅੱਛਾ ਜੀ, ਕਿਉਂਕਿ ਇਹ ਇਲਾਕਾ ਜਿਹੜਾ ਹੈਗਾ, ਇਸ ਇਲਾਕੇ ਦੇ ਵਿੱਚੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਜਿੰਨੀ ਤਰ੍ਹਾਂ ਹੱਲ ਨਹੀਂ ਕਰਦੇ, ਇਹ ਮੁੱਦਾ ਖਤਮ ਨਹੀਂ ਹੋ ਸਕਦਾ, ਇਹ ਮੁੱਦਾ ਜਿਉਂਦਾ ਰਹੂਗਾ। ਔਰ ਉਹਨੇ ਕਿਹਾ ਕਿ ਮੇਰਾ ਖਾਲਸਾ ਪੰਥ ਤੋਂ ਭਾਵ ਇਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਕੇ ਸਾਰਾ ਭਾਈਚਾਰਾ, ਇਹ ਭਾਈਚਾਰਾ ਜਿਹੜਾ ਹੈਗਾ, ਮੈਨੂੰ ਤਾਂ ਮੇਰਾ ਬੇੜਾ ਤਾਂ ਪਾਰ ਇਹਨਾਂ ਨੇ ਲਾਉਣਾ, ਮੇਰਾ ਤਾਂ ਜੀ ਸਾਰਾ ਵਿਸ਼ਵਾਸ ਇਹਦੇ ਤੇ ਹੈ। ਦੂਜਾ ਜਿਹੜਾ ਉੱਥੇ ਉਹਨਾਂ ਨੇ ਸੱਦਾ ਦਿੱਤਾ ਹੈ, ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ 15 ਅਗਸਤ ਨੂੰ ਇੱਕ ਵਿਸ਼ੇਸ਼ ਸੱਦਾ ਦਿੱਤਾ ਹੋਇਆ ਜੀ। ਉਹ ਆਜ਼ਾਦੀ ਦਾ
ਅੰਮ੍ਰਿਤ ਮਹਾ ਉਤਸਵ ਮਨਾਇਆ ਜਾ ਰਿਹਾ। ਉਦੋਂ ਆਪਾਂ ਨੂੰ ਪਤਾ ਵੀ ਉਹ ਨਵਾਂ ਪਾਰਲੀਮੈਂਟ ਭਵਨ ਹੈ ਜਿਹੜਾ ਬਣ ਗਿਆ, ਉੱਥੇ ਵੀ ਸੈਸ਼ਨ ਹੋਣਾ, ਸਮਾਗਮ ਹੋਣਾ ਉੱਥੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ। ਫਿਰ ਉਹਨਾਂ ਨੇ ਕਹਿ ਦਿੱਤਾ ਸੀ ਸਾਰੇ ਦੇਸ਼ ਦੇ ਵਿੱਚ ਸਾਰੇ ਲੋਕ ਜਿਹੜੇ ਹੈਗੇ ਆਪਣੇ ਘਰਾਂ ਦੇ ਉੱਤੇ ਤਿਰੰਗਾ ਝੰਡਾ ਲਹਿਰਾਉਣ ਜੀ 15 ਅਗਸਤ ਨੂੰ। ਇਹ ਜਿਹੜੀ ਹੈਗੀ ਹੈ ਕਾਲ ਦਿੱਤੀ ਹੋਈ ਹੈ ਸਾਰੇ ਦੇਸ਼ ਵਾਸੀਆਂ ਜੀ। ਲੇਕਿਨ ਬਰਗਾੜੀ ਚੋਂ ਜਾਂ ਆਪਾਂ ਬਾਈਬਲ ਕਲਾਂ ਤੋਂ ਕਹਿ ਦਈਏ, ਉੱਥੋਂ ਇੱਕ ਨਵੀਂ ਆਵਾਜ਼ ਆ ਗਈ। ਅੱਛਾ ਜੀ। ਉਹ ਕਹਿੰਦੇ 15 ਅਗਸਤ ਨੂੰ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਦਿਓ। ਜਿਹੜੇ ਨੂੰ ਨਿਸ਼ਾਨ ਸਾਹਿਬ ਲਹਿਰਾਉਣ ਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਨਹੀਂ, ਆਮ ਤੌਰ ਤੇ ਜੇ ਆਪਾਂ ਦੇਖਦੇ ਹਾਂ ਰੋਸ ਪ੍ਰਗਟਾਉਣੇ ਆ, ਉਦੋਂ ਕਾਲਾ ਸਿੰਬਲ ਮੰਨਿਆ ਜਾਏ। ਪਰ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਸੱਦਾ ਦਿੰਦੇ ਹਾਂ ਕਿ ਸਾਰੇ ਕੇਸਰੀ ਨਿਸ਼ਾਨ ਲਹਿਰਾਓ। ਕੇਸਰੀ ਨਿਸ਼ਾਨ ਲਹਿਰਾਉਣ ਦਾ ਮਤਲਬ ਇਹ ਹੈ ਕਿ ਖਾਲਸਾ ਪੰਥ ਚੜ੍ਹਦੀ ਕਲਾ 'ਚ ਜੀ, ਔਰ ਇਨਸਾਫ ਦੀ ਲੜਾਈ ਲੜਾਂਗੇ ਤੇ ਆਖਰੀ ਸਮੇਂ ਤੱਕ ਲੜਾਂਗੇ, ਇਨਸਾਫ ਲੈ ਕੇ ਰਵਾਂਗੇ ਜੀ। 15 ਦਿਨਾਂ ਦਾ ਵਕਤ ਦੇ ਦਿੱਤਾ ਜੀ ਉਹਨਾਂ ਨੇ। ਕਹਿੰਦੇ ਜੀ ਦੇਤਾ 15 ਦਿਨਾਂ ਦੇ ਵਿੱਚ ਸਰਕਾਰ ਆਪਦੀਆਂ ਕਮੀਆਂ ਪੇਸ਼ੀਆਂ ਦੂਰ ਕਰ ਲੇ। ਤੇ ਨਾਲ ਹੀ ਫਿਰ ਉਹਨਾਂ ਨੇ ਕਿਤੇ ਅਗਲੇ ਦਿਨ 16 ਨੂੰ ਜੀ 15-16 ਨੂੰ ਫਿਰ ਕਹਿੰਦੇ ਜੀ ਅਸੀਂ ਇੱਥੇ ਆਪਣੀ ਇੱਕ ਵੱਡਾ ਪੱਕਾ ਆਪਦਾ ਜਿਹੜਾ ਹੈਗਾ ਸਿਲਸਿਲਾ ਅੱਗੇ ਸ਼ੁਰੂ ਕਰਾਂਗੇ, ਲੜਾਈ ਅੱਗੇ ਲੈ ਕੇ ਜਾਵਾਂਗੇ। ਔਰ ਮੇਰੇ ਖਿਆਲ ਮੁਤਾਬਕ ਹੈ ਕਿ ਜਿਹੜੀ ਮੁਹਿੰਮ ਹੁੰਦੀ ਹੈ ਜੀ, ਤੇ ਜਦੋਂ ਬੰਦਾ ਹੌਸਲਾ ਨਹੀਂ ਛੱਡਦਾ, ਇਨਸਾਫ ਲੈਣ ਦੀ ਤਾਂਘ ਹੋਵੇ, ਦਾਨੇਵਾਲੀਆ ਸਾਹਿਬ ਸਮਾਂ ਤਾਂ ਭਾਵੇਂ ਲੱਗ ਜਾਂਦਾ ਪਰ ਕਿਤੇ ਨਾ ਕਿਤੇ ਮਿਲ ਜਾਂਦਾ। ਕੌਣ ਕਹਿੰਦਾ ਸੀ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਹੋ ਸਕਦੀ? ਬਿਲਕੁਲ। ਪਰ ਹੋਈ ਕਹਿੰਦਾ ਮੇਰਾ ਸੂਰਜ ਨਹੀਂ ਛਿਪਦਾ। ਨਹੀਂ, ਸੂਰਜ ਨਹੀਂ ਛਿਪਦਾ ਵੀ ਨਹੀਂ ਸੀ ਵਾਕਈ। ਕਿੱਥੋਂ ਗੱਲ ਸ਼ੁਰੂ ਹੋਈ, ਕਿਵੇਂ ਲੜਾਈ ਚੱਲਦੀ ਰਹੀ, ਕਿਵੇਂ ਐਪੀਟੀਸ਼ਨਾਂ ਪੈਂਦੀਆਂ ਰਹੀਆਂ, ਕਿਤੇ ਦੀ ਕਿਤੇ SIT ਬਣ ਗਈ। SIT ਦੇ ਵਿੱਚ ਚੰਗੇ ਬੰਦੇ ਆ ਗਏ, ਤੰਦ ਨਾਲ ਤੰਦ ਜੋੜਿਆ, ਤੇ ਉਸ ਬੰਦੇ ਨੂੰ ਜੇ ਉਮਰ ਕੈਦ ਹੋ ਸਕਦੀ ਹੈ ਜੀ, ਤਾਂ ਮੇਰੇ ਖਿਆਲ ਮੁਤਾਬਕ ਹੈ ਕਿ ਹਕੀਕਤ ਦਾ ਪਤਾ ਲੱਗੂ। ਕਿਉਂਕਿ ਇੱਥੇ ਜਿਹੜੀ ਵੱਡੀ ਗੱਲ ਹੈ ਜੀ, ਵੱਡੀ ਗੱਲ ਇਹ ਹੈ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ? ਇਹੀ ਤਾਂ ਗੱਲ ਹੈ। ਤਸ਼ੱਦਦ ਕਰਨ ਦਾ ਹੁਕਮ ਕਿਹਨੇ ਦਿੱਤਾ? ਪੁਲਿਸ ਅਣਪਛਾਤੀ ਕਿਉਂ ਬਣ ਕੇ ਰਹਿ ਗਈ ਜੀ? ਉਹ ਅਣਪਛਾਤੀ ਪੁਲਿਸ ਕਿਉਂ ਬਣ ਕੇ ਰਹਿ ਗਈ? ਦੂਜੀ ਗੱਲ, ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ ਨੂੰ 10 ਮਿੰਟ ਬੋਲਣ ਵਾਸਤੇ ਨਾ ਦੇਣੇ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਗੱਲ ਕਰਤੀ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਦੇਸ਼ੀ ਕਿਸੇ ਚੈਨਲ ਦੇ ਨਾਲ ਇੰਟਰਵਿਊ ਕੀਤੀ ਹੈ ਜੀ, ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਬਹੁਤ ਗਲਤ ਹੋਇਆ, ਇਹ ਨੈਤਿਕਤਾ ਦੇ ਖਿਲਾਫ ਹੋਇਆ ਜਿਹੜਾ ਵਿਨੋਦ ਕਈ ਹੋਰਾਂ ਨੂੰ ਐਡਵੋਕੇਟ ਜਨਰਲ ਇਹਦੇ ਨਹੀਂ ਲੱਗਣਾ ਚਾਹੀਦਾ ਸੀ। ਕਿਉਂਕਿ ਜਿਹੜਾ ਬੰਦਾ ਦੂਜੇ ਪਾਸੇ ਕਰ ਰਿਹਾ, ਅੱਜ ਮੈਂ ਗੱਲ ਕਰ ਰਿਹਾ ਸੀ ਚੰਡੀਗੜ੍ਹ ਦੇ ਵਿੱਚ ਕੋਈ ਆਪਣਾ ਸੱਜਣ ਮਿੱਤਰ ਵਕੀਲ ਨੂੰ ਮੈਂ ਪੁੱਛਿਆ ਯਾਰ ਕੋਈ ਇਸ ਕਿਸਮ ਦੀ ਪਾਬੰਦੀ ਕੀ ਹੈ? ਵੈਸੇ ਤਾਂ ਤੁਸੀਂ ਦੇਖਿਆ ਹੋਣਾ ਵੀ ਉਹ ਹੈਗਾ ਨਾ ਬਾਰ ਕੌਂਸਲ ਦੇ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦਾ ਬਿਆਨ ਆ ਗਿਆ ਸੀ ਜੀ ਵੀ ਇਹ ਤਾਂ ਜੀ ਸਾਡਾ ਇੱਕ ਪ੍ਰੋਫੈਸ਼ਨ ਹੈ, ਆਪਾਂ ਵੀ ਪ੍ਰੋਫੈਸ਼ਨ ਮੰਨਦੇ। ਲੇਕਿਨ ਮੈਂ ਉਹ ਵਕੀਲ ਨਾਲ ਗੱਲ ਕੀਤੀ, ਬੜਾ ਸੀਨੀਅਰ ਵਕੀਲ ਸੀ, ਉਹ ਕਹਿੰਦਾ ਵੀ ਨਿਯਮ ਕੋਈ ਨਹੀਂ, ਲੇਕਿਨ ਇੱਕ ਅਨਲਿਖਤ ਜਿਹੜੀ ਹੈਗੀ ਰਿਵਾਜ ਹੈ, ਪ੍ਰੋਟੋਕੋਲ ਕਹਿ ਲਓ, ਅਨਲਿਖਤ ਰਿਵਾਜ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਕਿਸੇ ਧਿਰ ਦਾ ਵਕੀਲ ਹੋ ਜੇ, ਫਿਰ ਉਹ ਉਹਦੇ ਦੂਜੇ ਦਾ ਹੋ ਨਹੀਂ ਸਕਦਾ। ਹਾਂ, ਉਹ ਦੂਜੇ ਪਾਸੇ ਝਗੜਦਾ ਨਹੀਂ, ਦੂਜੇ ਪਾਸੇ ਫਿਰ ਜ਼ਰਾ ਨਹੀਂ ਕਰਦਾ। ਇੱਥੇ ਹੁਣ ਅਸੀਂ ਕੀ ਕਹਾਂਗੇ? ਆਮ ਤੌਰ ਤੇ ਆਪਾਂ ਦੇਖਦੇ ਕਿ ਜੱਜ ਸਾਹਿਬਾਨ ਕਿੱਥੇ, ਹੁਣ ਅਨੂਪ ਚਟਕਾਰਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ ਵਕੀਲ ਹੋਏ ਸੀ। ਬਿਲਕੁਲ। ਔਰ ਉਹਨਾਂ ਨੇ ਕਹਿਤਾ ਜੀ ਮੈਂ ਤਾਂ ਵਿਕਰਮ ਮਜੀਠੀਆ ਦੇ ਕੇਸ ਦੀ ਸੁਣਵਾਈ ਨਹੀਂ ਕਰੂੰਗਾ ਕਿਉਂਕਿ ਮੈਂ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਕਿਸੇ ਕੇਸ ਦੀ ਪੈਰਵੀ ਕੀਤੀ ਹੈ। ਸੋ ਇਸ ਕਰਕੇ ਮੇਰੇ ਖਿਆਲ ਮੁਤਾਬਕ ਹੈ ਵੀ ਇਹ ਮਾਮਲਾ ਰੁਕੂਗਾ ਨਹੀਂ ਤੇ ਇਹ ਅੱਗੇ ਵਧੂਗਾ। ਸੰਭਾਵਨਾ ਇਹ ਵੀ ਬਣਦੀ ਹੈ, ਮੈਨੂੰ ਤਾਂ ਇਹ ਵੀ ਲੱਗਦਾ ਕਿ ਸ਼ਾਇਦ ਜਿਹੜਾ ਅਗਲਾ ਇਕੱਠ ਹੋਣਾ ਹੈ ਹਾਂਜੀ ਉਦੋਂ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਨਾ ਕਿਤੇ ਆ ਕੇ ਵਿੱਚ ਬੈਠ ਵਿੱਚ ਨਾ ਕੋਈ ਪਤਾ ਨਹੀਂ, ਜੇ ਉਹ ਆ ਕੇ ਬੈਠ ਕੇ ਤੇ ਫਿਰ ਫਿਜਾ ਕੁਛ ਹੋਰ ਹੀ ਪਾਸੇ ਨੂੰ ਚਲੀ ਜਾਣੀ ਜੀ। ਤੇ ਢਿੱਲੋਂ ਸਾਹਿਬ ਤੁਸੀਂ ਆਹ ਗੱਲ ਕੀਤੀ ਸੀ ਐਡਵੋਕੇਟ ਜਨਰਲ ਦੀ, ਤੇ ਐਡਵੋਕੇਟ ਜਨਰਲ ਦਾ ਹੋਰ ਹੀ ਕਹਿੰਦੇ ਪਰਿਵਾਰ 'ਚ ਹੀ ਕੋਈ ਨਵਾਂ ਹੀ ਕਾਂਗਰਸ ਨੇ ਫਾਨਾ ਖੜਾ ਕਰਤਾ। ਅਸਲ ਦੇ ਵਿੱਚ ਦਾਨੇਵਾਲੀਆ ਸਾਹਿਬ ਜਿਹੜਾ ਪਰਿਵਾਰ ਹੈ ਨਾ, ਪਰਿਵਾਰ ਦੇ ਵਿੱਚ ਫਾਨਾ ਕੋਈ ਖੜਾ ਨਹੀਂ ਕਰ ਸਕਦਾ, ਫਾਨਾ ਗੱਡ ਨਹੀਂ ਸਕਦਾ। ਫਾਨਾ ਉਦੋਂ ਗੱਡਣ ਵਾਸਤੇ ਸਪੇਸ ਬਣਦੀ ਹੈ ਜਦੋਂ ਉਹਦੇ 'ਚ ਪਾੜ ਪੈਂਦਾ ਹੈ। ਜਦੋਂ ਪਰਿਵਾਰ ਦੇ ਵਿੱਚ ਪਾੜ ਪੈ ਜੇ ਫਿਰ ਕੁਛ ਨਾ ਕੁਛ ਹੁੰਦਾ ਹੈ। ਮੈਨੂੰ ਜਿੰਨੀ ਕੁ ਜਾਣਕਾਰੀ ਹੈ ਵਿਨੋਦ ਕਈ ਸਾਹਿਬ ਦੀ, ਕਿਉਂਕਿ ਇਹਨਾਂ ਨੂੰ ਨਹੀਂ ਮੈਂ ਮਿਲਿਆ, ਇਹਨਾਂ ਦੇ ਭਾਈ ਸਾਹਿਬ ਨੂੰ ਨਹੀਂ ਮਿਲਿਆ, ਲੇਕਿਨ ਇਹਨਾਂ ਦੇ ਪਿਤਾ ਜੀ ਨੂੰ ਇੱਕ ਕੇਸ ਦੇ ਸੰਬੰਧ ਵਿੱਚ ਮੈਂ ਇੱਕ ਵਾਰੀ ਮਿਲਿਆ ਸੀ ਜੀ, ਸੰਨ 2000 'ਚ। ਅੱਛਾ ਜੀ। ਬੜਾ ਵੱਡਾ ਨਾਂ ਸੀ ਉਸ ਵੇਲੇ ਵੀ ਉਹਨਾਂ ਦਾ, RS ਕਈ ਸਾਹਿਬ। ਪਿਛੋਕੜ ਦੱਸਦੇ ਇਹਨਾਂ ਦਾ ਮੋਗੇ ਨਾਲ ਜੀ, ਤੇ ਮੋਗੇ ਦੇ ਵਿੱਚੋਂ ਜੇ ਆਪਾਂ ਦੇਖੀਏ ਇਸ ਜਿਹੜਾ ਹੈਗਾ ਲੀਗਲ ਪ੍ਰੋਫੈਸ਼ਨ ਦੇ ਵਿੱਚ ਕਈ ਬੰਦੇ ਸ਼ਖਸੀਅਤਾਂ ਗਈਆਂ। ਮੋਗੇ ਦੇ ਵਿੱਚ ਇੱਕ ਮੇਰਾ ਖਿਆਲ ਹੈ ਚਰਨਦਾਸ ਕਈ ਵੀ ਤਕੜੇ ਵਕੀਲ ਹੁੰਦੇ ਸੀ। ਹਾਂ, ਨਾਂ ਸੁਣਿਆ, ਉਹਨਾਂ ਦਾ ਵੀ ਵੱਡਾ ਨਾਂ ਸੀ। ਔਰ ਇਹ ਵੀ ਇੱਕ ਵਿਲੱਖਣ ਗੱਲ ਹੈ ਕਿ ਪੰਜਾਬ ਦੇ ਬੜੇ ਚਰਚਿਤ
ਜੀ ਅੱਜ ਕੱਲ੍ਹ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਹੈ। ਪਹਿਲਾਂ ਚਰਚਿਤ ਵਕੀਲ ਵੀ ਰਹੇ ਤੇ ਚਰਚਿਤ ਜੱਜ ਵੀ ਰਹੇ ਹੈ ਜੀ ਸਰਦਾਰ ਮਹਿਤਾਬ ਸਿੰਘ ਗਿੱਲ। ਗਿੱਲ ਉਹ ਵੀ ਉਹ ਵੀ ਚੂੜ ਪ੍ਰੈਕਟਿਸ ਚੱਕ ਦੇ ਮੋਗੇ ਨਾਲ ਕਰਦੇ ਰਹੇ ਮੋਗੇ ਨਾ। ਰਹੇ। ਪਿੰਡ ਤਾਂ ਉਹਨਾਂ ਦਾ ਹੈਗਾ ਮੋਗੇ ਦੇ ਨਾਲ ਹੀ ਉਰਲੇ ਪਾਸੇ ਹਾਂ, ਬੀੜ ਚੜਿਕ। ਬੀੜ ਚੜਿੱਕਾ ਮੈਂ ਬੀੜ ਚੂੜ ਚੜਿੱਕ, ਚੱਕ ਕਹਿ ਕੇ ਹਾਂ, ਬੀੜ ਚੜਿੱਕਾ। ਬੀੜ ਚੜਿੱਕਾ ਪਰ ਪ੍ਰੈਕਟਿਸ ਉਹ ਵੀ ਉੱਥੇ ਕਰਦੇ ਰਹੇ। ਹੂੰ ਉੱਥੋਂ ਛੱਡ ਕੇ ਉਹ ਗਏ ਸੀ ਤੇ ਏਦਾਂ ਹੀ ਇੱਕ ਕਈ ਫੈਮਿਲੀ ਵੀ ਗਈ ਸੀ। ਹੂੰ ਦੋਨੋਂ ਭਰਾ ਸੀਨੀਅਰ ਵਕੀਲ ਹੈ ਜੀ ਇਹਨਾਂ ਦੇ ਪਿਤਾ ਜੀ ਵੀ ਸੀਨੀਅਰ ਵਕੀਲ ਹੈ। ਇਹ ਦੋਨੋਂ ਸੀਨੀਅਰ ਵਕੀਲ ਹੈ। ਹੂੰ ਲੇਕਿਨ ਮੇਰਾ ਖਿਆਲ ਹੈ ਵੀ ਜਦੋਂ ਵਿਰੋਧੀ ਧਿਰ ਜਿਵੇਂ ਕਾਂਗਰਸ ਪਾਰਟੀ ਨੇ ਵਿਨੋਦ ਕਈ ਹੋਰਾਂ ਨੂੰ ਅਕਾਲੀ ਦਲ ਨੇ ਸੌਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਨੋਦ ਕਈ ਸਾਹਿਬ ਨੂੰ ਲਾ ਲਿਆ ਐਡਵੋਕੇਟ ਜਨਰਲ। ਜੀ ਜੀ ਉਹ ਐਡਵੋਕੇਟ ਜਨਰਲ ਲਾਗੇ ਤੇ ਦੂਜੇ ਪਾਸੇ ਜਿਹੜੀ ਹੈਗੀ ਉਹਨਾਂ ਦੀ ਮੁੱਖ ਵਿਰੋਧੀ ਧਿਰ ਹੂੰ ਆਪੋਜੀਸ਼ਨ ਦੀ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਤਾਂ ਬਹੁਤ ਕਮਜ਼ੋਰ ਹੋ ਗਿਆ। ਬਿਲਕੁਲ ਬਿਲਕੁਲ ਵਿਧਾਨ ਸਭਾ ਦੇ ਵਿੱਚ ਤਾਂ ਵਿਰੋਧੀ ਧਿਰ ਦਾ ਰੁਤਬਾ ਕਾਂਗਰਸ ਕੋਲੇ ਹੈ। ਪ੍ਰਤਾਪ ਸਿੰਘ ਬਾਜਵਾ ਲੀਡਰ ਹੈ ਉਹਨਾਂ ਦਾ। ਹਾਂਜੀ ਹਾਂਜੀ ਉਹਨਾਂ ਨੇ ਜੇ ਵਿਨੋਦ ਕਈ ਸਾਹਿਬ ਦੇ ਭਾਈ ਸਾਹਿਬ ਨੂੰ ਪਿਕ ਕੀਤਾ ਹੈ ਹੂੰ ਔਰ ਕਾਂਗਰਸ ਪਾਰਟੀ ਨੇ ਜਿਹੜਾ ਉਹ ਬਣਾਇਆ ਆਪਣਾ ਕੋਈ ਇੱਕ ਸੈੱਲ ਬਣਾਇਆ ਹਾਂ ਸੈੱਲ ਬਣਾਇਆ। ਉਹ ਸੈੱਲ ਦਾ ਨਾਮ ਹੈਗਾ ਜੀ ਇਹਨਾਂ ਨੇ ਅਲੱਗ-ਅਲੱਗ ਇੱਕ ਤਾਂ ਕਾਨੂੰਨੀ, ਹੂੰ ਦੂਜਾ ਹੈ ਜੀ ਮਨੁੱਖੀ ਅਧਿਕਾਰ ਜੀ ਤੇ ਤੀਜਾ ITI ਵਿਭਾਗ ਹੂੰ ਦਾ ਚੇਅਰਪਰਸਨ ਜਿਹੜਾ ਚੇਅਰਮੈਨ ਲਾ ਦਿੱਤਾ ਜੀ ਜੀ। ਵਿਪਨ ਕਈ ਸਾਹਿਬ ਨੇ। ਅੱਛਾ ਜੀ ਇਹ ਵਿਪਨ ਕਈ ਇਹਨਾਂ ਦੇ ਭਾਈ ਸਾਹਿਬ ਹੈ ਹੂੰ ਔਰ ਵਿਨੋਦ ਕਈ ਛੋਟੇ ਭਾਈ ਸਾਹਿਬ ਆ, ਉਹ ਵੱਡੇ ਭਾਈ ਸਾਹਿਬ ਹੈ। ਹੂੰ ਉਹਨਾਂ ਨੂੰ ਲਾ ਦਿੱਤਾ। ਜੀ ਇਹਦਾ ਲਾਉਣ ਦਾ ਹੁਣ ਮਤਲਬ ਦਾਨੇ ਵਾਲੀ ਸਾਹਿਬ ਕੀ ਹੈ? ਹੂੰ ਇਹਦਾ ਮਤਲਬ ਇਹ ਹੈ ਕਿ ਪਰਿਵਾਰ ਦੇ ਵਿੱਚ ਸਭ ਅੱਛਾ ਹੈ, ਸਭ ਅੱਛਾ ਨਹੀਂ ਹੈ, ਸ਼ਰੀਕਾ ਹੈਗਾ ਫਿਰ। ਸ਼ਰੀਕਾ ਹੈਗਾ। ਵੈਸੇ ਬੰਦੇ ਤਾਂ ਕੁਝ ਹੋਰ ਵੀ ਲਾਇਆ। ਇੱਕ ਹੋਰ ਵੱਡਾ ਨਾਂ ਕਿਸੇ ਵਕੀਲ ਸਾਹਿਬ ਦਾ ਆਇਆ ਸੀ ਪਰ ਕਹਿੰਦੇ ਵੀ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਇਨਕਾਰ ਕਰਤਾ ਵੀ ਭਾਈ ਮੈਨੂੰ ਤੁਹਾਡੀ ਇਹ ਪੇਸ਼ਕਸ਼ ਪ੍ਰਵਾਨ ਨਹੀਂ। ਜੀ ਤੇ ਹੁਣ ਇਹ ਲੱਗ ਗਿਆ ਜੀ, ਦੇਖਦੇ ਕੀ ਹੈ। ਪਰ ਜਦੋਂ ਇਸ ਮੁਕਾਮ ਤੇ ਪਰਿਵਾਰ ਦੀ ਚੜ੍ਹਾਈ ਹੋਵੇ ਹੂੰ ਉਦੋਂ ਫਿਰ ਜਿਹੜੀ ਫੁੱਟ ਦਾ ਨਤੀਜਾ ਚੰਗਾ ਨਹੀਂ ਹੁੰਦਾ। ਚੰਗਾ ਜੀ ਨਾ ਤਾਂ ਪਰਿਵਾਰ ਵਾਸਤੇ ਚੰਗਾ ਹੁੰਦਾ ਤੇ ਨਾ ਹੀ ਮਤਲਬ ਜਿਹੜਾ ਹੈਗਾ ਸੂਬੇ ਵਾਸਤੇ ਤੇ ਦੇਸ਼ ਵਾਸਤੇ ਦੇਸ਼ ਚੰਗਾ ਵਾਸਤੇ ਹੁੰਦਾ। ਚੰਗਾ ਹੁੰਦਾ। ਖੈਰ ਚੰਗੇ ਆ ਵਕੀਲ ਸਾਹਿਬ ਤਾਂ ਦੋਨੋਂ ਹੀ, ਵਿਪਨ ਕਈ ਵੀ ਤੇ ਵਿਨੋਦ ਕਈ ਵੀ। ਜੀ ਵੇਖਦੇ ਹਾਂ ਜੀ ਅੱਗੇ ਹੁੰਦਾ ਕੀ ਹੈ। ਜੀ ਤੇ ਢਿੱਲੋਂ ਸਾਹਿਬ ਫਿਰ ਈਡੀ ਨੇ ਸੰਜੇ ਰਾਊਤ ਨੂੰ ਕਾਬੂ ਕਰ ਲਿਆ ਜੀ। ਧੰਨਵਾਦ ਸਾਹਿਬ। ਸੰਜੇ ਰਾਊਤ ਨੂੰ ਆਪਾਂ ਦੇਖਦੇ ਹਾਂ ਵੀ ਸੰਜੇ ਰਾਊਤ ਜਦੋਂ ਬੋਲਦੇ ਹੈ ਹਾਂ ਬੜੀ ਦਲੇਰੀ ਨਾਲ ਤੇ ਧੜੱਲੇ ਨਾਲ ਬੋਲਦੇ। ਧੜੱਲੇ ਨਾ ਬੋਲਦਾ। ਜਦੋਂ ਲਿਖਦੇ ਹੈ ਹੂੰ ਤੇ ਲਿਖਣ ਦੇ ਵਿੱਚ ਵੀ ਉਹ ਵੱਟ ਕੱਢ ਦਿੰਦੇ ਹੈ। ਜੀ ਉਹ ਰਾਜ ਸਭਾ ਦੇ ਮੈਂਬਰਾਂ ਪਾਰਲੀਮੈਂਟ ਦੇ ਵਿੱਚ ਵੀ ਉਹ ਆਪਦੀ ਗੱਲ ਕਰਦੇ। ਠੋਕ ਵਜਾ ਕੇ ਰੱਖਦੇ ਹੈ। ਹੂੰ ਕੱਲ ਈਡੀ ਵਾਲਿਆਂ ਨੇ ਅਰਲੀਨ ਦੀ ਮਾਰਨਿੰਗ ਉਹਨਾਂ ਦੇ ਘਰ ਚਲੇ ਗਏ। ਹੂੰ ਘਰ ਜਾ ਕੇ ਤਲਾਸ਼ੀ ਵਗੈਰਾ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਘਰਾਂ ਦਾ ਜੋ ਸਾਜੋ ਸਮਾਨ ਸੀ ਉਹ ਦੇਖਿਆ ਦੁਖਿਆ। ਹੂੰ ਫਿਰ ਈਡੀ ਵਾਲੇ ਕਹਿੰਦੇ ਵੀ ਸਾਡੇ ਨਾਲ ਚਲੋ ਜੀ, ਹੂੰ। ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ ਜੀ ਉਹ ਕਹਿੰਦੇ ਜੀ ਵੀ ਇਹਨਾਂ ਨੇ ਸੰਜੇ ਰਾਊਤ ਸਾਹਿਬ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ ਪੁੱਛਗਿੱਛ ਦੇ ਵਿੱਚ। ਅੱਛਾ ਜੀ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੂੰ ਹਿਰਾਸਤ ਦੇ ਵਿੱਚ ਲੈਣ ਦਾ ਮਤਲਬ ਇਹ ਹੈ ਕਿ ਹੁਣ ਅਗਲੀ ਤਿਆਰੀ ਹੈ। ਅਗਲੀ ਕਿ ਤਿਆਰੀ ਗ੍ਰਿਫਤਾਰ ਤਾਂ ਕਰਨਾ ਹੀ ਕਰਨਾ ਹੁੰਦਾ ਹੈ। ਜਦੋਂ ਸੰਜੇ ਰਾਊਤ ਸਾਹਿਬ ਈਡੀ ਵਾਲੇ ਦੇ ਨਾਲ ਜਾ ਰਹੇ ਤੇ ਉਹ ਆਪਦੀ ਗੱਡੀ 'ਚ ਗਏ। ਹੂੰ ਆਮ ਤੌਰ ਤੇ ਹਿਰਾਸਤ 'ਚ ਲਏ ਹੋਏ ਬੰਦੇ ਨੂੰ ਲਿਜਾਦੇ ਆਪਦੀ ਆਪਦੀ ਗੱਡੀ 'ਚ ਗੱਡੀ 'ਚ ਗਏ ਗਏ। ਤੇ ਉਹ ਕੀ ਹੁੰਦੀ ਹੈ ਉਹਨੂੰ ਸਨਰੂਫ ਕਹਿੰਦੇ ਆ। ਹਾਂ ਹਾਂ ਉੱਤੋਂ ਵਿਚਾਲੋਂ ਖਿੜਕੀ ਜੀ ਹੁੰਦੀ ਹੈ ਜਿਹੜੀ ਖਿੜਕੀ ਜਿਹੀ ਹੁੰਦੀ ਹੈ, ਰੱਬ ਉਹਦੇ ਕੰਨੀ ਵਿੱਚ ਖੜੇ ਨਿਕਲੇ ਹੋਏ ਆ। ਹਾਂ ਖੜ ਕੇ ਤੇ ਆਪਦੇ ਹੱਥ ਦੇ ਨਾਲ ਪਹਿਲਾਂ ਉਹ ਜਿਹੜਾ ਹੈਗਾ ਗੇਰੂਆ ਗੇਰੂਆ ਚ ਰੰਗ ਭਗਮਾ ਜਿਹੜਾ ਕੱਪੜਾ ਉਹ ਲਹਿਰਾਉਂਦੇ ਆ। ਅੱਛਾ ਉਹ ਕਹਿੰਦੇ ਹਾਂ ਮੈਂ ਪੱਕਾ ਹਿੰਦੂ ਹਾਂ। ਹੂੰ ਕਿਉਂਕਿ ਜਿਹੜੀ ਸ਼ਿਵ ਸੈਨਾ ਹੈ, ਜੀ ਸ਼ਿਵ ਸੈਨਾ ਦੇ ਵਿੱਚ ਜਿਹੜੇ ਫੁੱਟ ਪਈ ਹੈ ਉਸ ਫੁੱਟ ਦੇ ਵਿੱਚ ਇਹ ਇਲਜ਼ਾਮ ਲੱਗਦਾ ਹੈ ਕਿ ਉਧਵ ਠਾਕਰੇ ਨੇ ਹੂੰ ਕਾਂਗਰਸ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਜਿਹੜੀ ਸਰਕਾਰ ਬਣਾਈ ਹੈ, ਜੀ ਜਿਹਨੂੰ ਚਲਾਉਂਦੇ ਸੀ ਉਹ ਮਹਾ ਵਿਕਾਸ ਅਗਾੜੀ ਕੁਛ ਇਹੋ ਜਿਹਾ ਨਾਂ ਰੱਖਿਆ ਸੀ ਉਸ ਗੱਠਜੋੜ ਦਾ। ਕਹਿੰਦੇ ਇਸ ਗੱਠਜੋੜ ਤੋਂ ਬਾਅਦ ਠਾਕਰੇ ਸਾਹਿਬ ਹਿੰਦੂਤਵ ਤੋਂ ਪਿਛਾਂਹ ਹਟ ਗਏ। ਜੀ ਉਹਨੇ ਕਿਹਾ ਮੈਂ ਬਿਲਕੁਲ ਨਹੀਂ ਹਟਿਆ, ਹੂੰ। ਮੈਂ ਉੱਥੇ ਖਲੋਤਾ। ਹੂੰ ਕੱਲ ਫਿਰ ਉਹਨੇ ਇਹ ਸਾਬਤ ਕੀਤਾ ਕਿ ਅਸੀਂ ਹਿੰਦੂਤਵ ਦੇ ਮਦਾਈ। ਮਦਾਈਆਂ ਇੱਕ ਤਾਂ ਜੀ ਉਹਨੇ ਆਪਦਾ ਉਹ ਲਹਿਰਾਇਆ ਹੂੰ ਭਗਵਾ ਕੱਪੜਾ। ਜੀ ਦੂਜਾ ਫਿਰ ਦਾਨੇਵਾਲੀਆ ਸਾਹਿਬ ਮਤਲਬ ਉਹਨੇ ਬਾਹਾਂ ਕੱਢ ਕੇ ਪੂਰਾ ਹੂੰ ਠੋਕ ਵਜਾ ਕੇ ਕਿਹਾ ਜੀ ਮੈਂ ਚੱਲਿਆ। ਹੂੰ ਔਰ ਉਹਦੇ ਜਿਹੜੇ ਸਮਰਥਕ ਸੀ ਉਹਨਾਂ ਦੇ ਸਮਰਥਕਾਂ ਨੇ ਵੀ ਨਾਅਰੇਬਾਜ਼ੀ ਕੀਤੀ। ਹੂੰ ਬੰਦੇ ਦੇ ਵਿੱਚ ਇੰਨੀ ਦੀਦਾ ਦਲੇਰੀ ਆਈ ਕਿੱਥੋਂ? ਜੀ ਤੇ ਮੈਂ ਫਿਰ ਜਿਹੜਾ ਅੱਜ ਥੋੜਾ ਜਿਹਾ ਦੇਖਿਆ ਬੰਦੇ ਦਾ ਪਿਛੋਕੜ। ਹੂੰ ਕਹਿੰਦੇ ਜੀ ਇੱਕ ਜ਼ਮਾਨਾ ਸੀ ਜਦੋਂ ਦਾਊਦ ਇਬਰਾਹਿਮ ਵਰਗੇ ਬੜੇ ਵੱਡੇ ਜੀ ਅੱਜ ਤਾਂ ਆਪਾਂ ਇਹਨਾਂ ਨੂੰ ਇੱਥੇ ਤਾਂ ਗੈਂਗਸਟਰ ਕਹਿੰਦੇ ਨੇ, ਉੱਥੇ ਮੇਰਾ ਕੁਛ ਹੋਰ ਹੀ ਕਹਿੰਦੇ ਸੀਗੇ ਅੰਡਰਵਰਲਡ ਹਾਂ ਅੰਡਰਵਰਲਡ ਦੇ ਜਿਹੜੇ ਸਰਗਣੇ ਸੀ, ਅੰਡਰਵਰਲਡ ਦੇ ਜਿਹੜੇ ਸੀਗੇ ਵੱਡੇ ਲੋਕ, ਹੂੰ ਉਹਨਾਂ ਨੂੰ ਇਹ ਕਵਰ ਕਰਦੇ ਹੁੰਦੇ ਸੀ। ਉਸ ਵੇਲੇ ਇਹ ਬੜੇ ਤਕੜੇ ਕ੍ਰਾਈਮ ਰਿਪੋਰਟਰ ਹੁੰਦੇ ਸੀ, ਜੀ ਕਿਸੇ ਅਖਬਾਰ ਵਾਸਤੇ ਕੰਮ ਕਰਦੇ ਸੀ।
ਤੇ ਕਦੇ ਬੇਪਰਵਾਹ ਹੋ ਕੇ ਮਤਲਬ ਪਰਖਚੇ ਦੇ ਦਿੰਦੇ ਸੀ ਕਿਹੜਾ ਬੰਦਾ ਕਿੱਥੋਂ ਆਇਆ ਕੀ ਆਇਆ। ਖੈਰ ਉਹ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਉਹਦੇ ਖਿਲਾਫ ਖਬਰ ਲਿਖਤੀ ਜੀ, ਲੇਕਿਨ ਜਿਹੜੇ ਅੰਡਰਵਰਲਡ ਨਾਲ ਜਾਂ ਜਿਹੜੇ ਗੈਂਗਸਟਰ ਇਸ ਦੁਨੀਆ ਨਾਲ ਜੁੜੇ ਹੁੰਦੇ ਲੋਕ ਹੈ ਉਹ ਇਹ ਵੀ ਚਾਹੁੰਦੇ ਹੁੰਦੇ ਆ ਕਿ ਸਾਡੀਆਂ ਖਬਰਾਂ ਲੱਗਣ ਜੀ, ਤਾਂ ਕਿ ਜਿਹੜਾ ਉਹਨਾਂ ਦਾ ਮਕਸਦ ਹੱਲ ਹੋਵੇ, ਲੋਕਾਂ ਨੂੰ ਪਤਾ ਲੱਗੇ। ਹੁਣ ਆਹ ਕਈ ਬੰਦੇ ਕਹਿੰਦੇ ਜੀ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਆਹ ਕਲੱਲਾ ਬਿਆਨ ਦਿੱਤਾ, ਕਲੱਲਾ ਬਿਆਨ ਦਿੱਤਾ। ਮੇਰਾ ਮੰਨਣਾ ਹੈ ਕਿ ਉਹ ਕਲੱਲਾ ਬਿਆਨ ਕੋਈ ਐ ਨਹੀਂ, ਉਹ ਅਚਨਚੇਤ ਨਹੀਂ, ਸੁਤੇ ਸਿੱਧ ਨਹੀਂ ਜੀ, ਉਹਦੇ ਪਿੱਛੇ ਵੀ ਕੋਈ ਮਨੋਰਥ ਹੁੰਦਾ ਹੈ। ਉਹਦਾ ਮਕਸਦ ਵੀ ਹੁੰਦਾ ਵੀ ਤੇ ਡਿਬੇਟ ਹੋਵੇ ਕਿਹੇ ਜਿਹੇ ਲੋਕ ਹੈ, ਕਿਹਨਾਂ ਲੋਕਾਂ ਨੂੰ ਆਪਾਂ ਆਪਦੇ ਵਾਲੇ ਪਾਸੇ ਲੈ ਕੇ ਜਾਣਾ, ਆਪਣੀ ਵਿਚਾਰਧਾਰਾ ਦੇ ਬੰਦਿਆਂ ਨੂੰ ਜਿਹੜਾ ਐਕਟੀਵੇਟ ਕਰਨਾ ਕਿਵੇਂ ਹੋ ਗਏ। ਇਸੇ ਤਰੀਕੇ ਉਹ ਜਿਹੜੇ ਹੈਗੇ ਗੈਂਗਸਟਰ ਜਾਂ ਅੰਡਰਵਰਲਡ ਵਾਲੇ ਵੀ ਚਾਹੁੰਦੇ ਸੀ ਤੇ ਇਹਨਾਂ ਨੇ ਉੱਥੇ ਕੀਤੀ ਤੇ ਫਿਰ ਇਹਨਾਂ ਦੀ ਜਿਹੜੀ ਹੈਗੀ ਕਾਰਗੁਜ਼ਾਰੀ ਦੇ ਉੱਤੇ ਨਜ਼ਰ ਪਈ ਜੀ ਬਾਲਾ ਸਾਹਿਬ ਠਾਕਰੇ ਦੀ। ਅੱਛਾ ਜੀ। ਬਾਲਾ ਸਾਹਿਬ ਠਾਕਰੇ ਨੇ ਬੁਲਾਇਆ ਤੇ ਬੁਲਾ ਕੇ ਜਦੋਂ ਦੇਖਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਬੰਦਾ ਕੰਮ ਦੀ ਚੀਜ਼ ਹੈ, ਇਹ ਕੁਛ ਕਰ ਸਕਦਾ ਹੈ। ਫਿਰ ਇਹਨਾਂ ਨੂੰ ਕਹਿ ਲਓ ਜੀ ਤੁਸੀਂ ਸੰਜੇ ਜੀ ਆਓ ਇਧਰ ਤੇ ਆ ਸਾਹਮਣਾ ਸੰਭਾਲੋ ਜੀ। ਫਿਰ ਇਹਨਾਂ ਨੂੰ ਸਾਹਮਣਾ ਅਖਬਾਰ ਜਿਹੜਾ ਸ਼ਿਵ ਸੈਨਾ ਦਾ ਮਾਊਥ ਪੀਸ ਹੈ ਜੀ ਜਾਂ ਆਪਾਂ ਉਹਨਾਂ ਦਾ ਜਨਰਲ ਉਹਦੇ ਵਿੱਚ ਫਿਰ ਇਹਨਾਂ ਨੂੰ ਕੰਮ ਕਰਨ ਵਾਸਤੇ ਲਾਇਆ ਔਰ ਇਹ ਸੰਪਾਦਕ ਤੇ ਅਹੁਦੇ ਤੇ ਪਹੁੰਚ ਗਏ ਜੀ। ਸੰਪਾਦਕ ਤੇ ਅਹੁਦੇ ਤੇ ਪਹੁੰਚ ਕੇ ਗੱਲ ਉੱਥੇ ਨਹੀਂ ਰੁਕੀ। ਇਹ ਆਪਣੀ ਵਿਚਾਰਧਾਰਾ ਨੂੰ ਜਾਂ ਜਿਹੜੀ ਸ਼ਿਵ ਸੈਨਾ ਦੀ ਵਿਚਾਰਧਾਰਾ ਉਹਨੂੰ ਅੱਗੇ ਤੋਰਦੇ ਰਹੇ। ਵਿਰੋਧੀ ਪਾਰਟੀਆਂ ਦੇ ਨਾਲ ਜੇ ਕੋਈ ਗੱਲਬਾਤ ਕਰਨੀ ਹੁੰਦੀ ਹੈ, ਜਿਨ੍ਹਾਂ ਨੂੰ ਜਿਹੜੀਆਂ ਵਿਰੋਧੀ ਪਾਰਟੀਆਂ ਬਾਅਦ ਸਹਿਯੋਗੀ ਵੀ ਬਣੀਆਂ, ਜਿਵੇਂ ਕਾਂਗਰਸ ਤੇ ਇਹ ਸੀ, ਕਾਂਗਰਸ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਇਹਨਾਂ ਨਾਲ ਚਾਹੁੰਦੇ। ਉਹ ਗੱਲਬਾਤ ਕਰਨ ਦੇ ਵਿੱਚ ਵੀ ਸੰਜੇ ਰਾਊਤ ਦਾ ਬਹੁਤ ਵੱਡਾ ਹੱਥ ਸੀ ਜੀ। ਔਰ ਜਿਹੜੀ ਉਹ ਸਰਕਾਰ ਬਣੀ ਸੀਗੀ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ, ਉਹ ਸਰਕਾਰ ਵੀ ਬਣਾਉਣ ਦੇ ਵਿੱਚ ਇਹਨਾਂ ਦੀ ਮਹੱਤਵਪੂਰਨ ਭੂਮਿਕਾ ਸੀ। ਤੇ ਇਹ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਦੱਸ ਦਈਏ ਜੀ ਕਿ 2000 ਇਹ ਮੇਰਾ ਖਿਆਲ ਹੈ ਵੀ 19 ਦੇ ਵਿੱਚ ਹੀ ਹੋਈਆਂ ਸੀ ਚੋਣਾਂ, ਮੇਰਾ ਖਿਆਲ ਉੱਥੇ ਮਹਾਰਾਸ਼ਟਰ ਦੇ ਵਿੱਚ ਇੱਥੇ ਕਿ ਹੋਈਆਂ ਜੀ। ਹਾਂ, ਉਹ ਜਿਹੜੀਆਂ ਉਹ ਚੋਣਾਂ ਹੋਈਆਂ ਸੀ, ਉਹ ਚੋਣਾਂ 19 ਤੋਂ ਥੋੜ੍ਹੀਆਂ ਜਿਹੀ ਮਗਰੋਂ। ਅੱਛਾ ਜੀ। 19 ਤੋਂ ਥੋੜ੍ਹੀਆਂ ਜਿਹੀਆਂ ਮਗਰੋਂ, ਕਿਉਂਕਿ ਉਹ ਬੀਜੇਪੀ ਨੇ ਤੇ ਇਹਨਾਂ ਨੇ ਰਲ ਕੇ ਲੜੀਆਂ ਸੀ ਸ਼ਿਵ ਸੈਨਾ ਵਾਲਿਆਂ ਨੇ ਜੀ। ਔਰ ਬਹੁਤ ਸੰਮਤੀ ਇਹਨਾਂ ਦੇ ਕੋਲੇ ਆ ਗਈ ਸੀ। ਲੇਕਿਨ ਰੌਲਾ ਇਸ ਗੱਲ ਦੇ ਉੱਤੇ ਪੈ ਗਿਆ ਸੀ ਕਿ ਮੁੱਖ ਮੰਤਰੀ ਕੌਣ ਬਣੇ ਜੀ। ਉਧਵ ਠਾਕਰੇ ਹੋਰਾਂ ਦਾ ਇਹ ਕਹਿਣਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਅੱਛਾ ਜੀ ਅਮਿਤ ਸ਼ਾਹ ਪ੍ਰੈਜ਼ੀਡੈਂਟ ਹੁੰਦੇ ਸੀ ਬੀਜੇਪੀ ਦੇ, ਉਹਨਾਂ ਨੇ ਮੇਰੇ ਨਾਲ ਮਾਤੋਸ਼ਰੀ ਜਿਹੜੀ ਉਹਨਾਂ ਦੀ ਰਿਹਾਇਸ਼ ਹੈ ਉੱਥੇ ਆਈ ਸੀ ਤੇ ਮੇਰੇ ਨਾਲ ਆ ਕੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਸੀ ਜੀ ਕਿ ਆਪਣੀ ਸਰਕਾਰ ਸਾਂਝੀ ਹੋਊਗੀ ਔਰ ਪਹਿਲੇ 2.5 ਸਾਲ ਤੁਸੀਂ ਮੁੱਖ ਮੰਤਰੀ ਰਹੋਗੇ, ਆਪ ਦਾ ਬਣਾ ਲਿਓ। ਅੱਛਾ ਜੀ। ਤੇ ਬਾਅਦ ਦੇ ਵਿੱਚ ਸਾਡੀ ਪਾਰਟੀ ਆ ਜੂ ਕਹਿੰਦੇ ਮੈਨੂੰ ਦਿਓ ਮੌਕਾ। ਦਵਿੰਦਰ ਫੜਨਵੀਸ ਹੋਰੀ ਕਹਿੰਦੇ ਵੀ ਨਹੀਂ, ਕਿਉਂਕਿ ਬਾਲਾ ਸਾਹਿਬ ਨੇ ਰਹੇ ਨਹੀਂ ਸੀ, ਉਹ ਸਮਝਦੇ ਸੀ ਵੀ ਉਧਵ ਠਾਕਰੇ ਜਿਹੜਾ ਕਮਜ਼ੋਰ ਲੀਡਰ ਆ ਆਪਦੇ ਬਾਪ ਦੇ ਮੁਕਾਬਲੇ, ਇਹਨਾਂ ਨੇ ਉਹਨੂੰ ਨਹੀਂ ਸੀ ਦਿੱਤੀ। ਤਾਂ ਫਿਰ ਉਹਦੀ ਜਿਹੜੀ ਹੈਗੀ ਹੈ ਬੈਕ ਦੇ ਪਿਛਲੇ ਪਾਸੇ ਪਰਦੇ ਦੇ ਪਿੱਛੇ ਇੱਕ ਨਵੀਂ ਸਰਕਾਰ ਬਣਵਾਈ ਜਾਵੇ ਤੇ ਉਹ ਬਣਾਉਣ ਦੇ ਵਿੱਚ ਇਹਦਾ ਯੋਗਦਾਨ ਸੀ। ਹੁਣ ਇਹਨੂੰ ਫੜਿਆ ਕਿਉਂ ਹੈ? ਫੜਿਆ ਕਹਿੰਦੇ ਜੀ ਨੇ ਕੋਈ ਕਾਲਾ ਮਾਲਾ ਕੀਤਾ, ਜ਼ਮੀਨ ਦਾ ਘਪਲਾ ਹੈ। ਅੱਛਾ ਜੀ। ਜ਼ਮੀਨ ਦੇ ਘਪਲੇ ਦੇ ਵਿੱਚ ਚਾਹੀਦਾ ਕੋਈ 1000 ਕਰੋੜ ਕਹਿ ਦਿੰਦਾ ਜੀ, ਕੋਈ ਪਤਾ ਨਹੀਂ ਕਿੰਨੇ ਕੁ ਪੈਸੇ ਪੂਸਿਆਂ ਦੇ ਮਾਮਲੇ 'ਚ, ਤੇ ਕਹਿੰਦੇ ਫੜ ਲਿਆ। ਫੜ ਕੇ ਉਹ ਕਹਿੰਦਾ ਯਾਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਨਾ ਤਾਂ ਮੈਂ ਡਰੂੰਗਾ ਤੇ ਨਾ ਕਹਿੰਦਾ ਵੀ ਤੁਸੀਂ ਮੈਨੂੰ ਜਿਹੜੀ ਹੈਗੀ ਮੇਰੀ ਪਾਰਟੀ ਛੱਡਣ ਲਈ ਮਜਬੂਰ ਕਰ ਸਕਦੇ ਹੋ। ਉਹਨੇ ਕਿਹਾ ਵੀ ਮੈਂ ਜਾਣਦਾ ਉਹਨਾਂ ਲੋਕਾਂ ਨੂੰ ਜਿਹੜੇ ਏਜੰਸੀਆਂ ਤੋਂ ਡਰਦੇ ਹੋਏ ਬੀਜੇਪੀ ਚਲੇ ਜਾਂਦੇ, ਪਰ ਮੈਨੂੰ ਏਜੰਸੀਆਂ ਡਰਾ ਨਹੀਂ ਸਕਦੀਆਂ। ਮਤਲਬ ਮੇਰੇ ਉਹ ਯਾਦ ਉਹ ਅੰਡਰਵਰਲਡ ਵਾਲੀ ਗੱਲ ਆਉਂਦੀ ਹੈ ਕਿ ਜਿਹੜਾ ਬੰਦੇ ਦਾ ਰੁਤਬਾ ਉਦੋਂ ਸੀ, ਜਿਹੜਾ ਉਹਦਾ ਕਰੂਰਾ ਉਦੋਂ ਸੀ, ਜਾਂ ਜਿਹੜਾ ਕੰਡਾ ਉਹਦੇ ਚ ਉਦੋਂ ਸੀ ਜੀ, ਅੱਜ ਵੀ ਉਹ ਕੰਡਾ ਹੈਗਾ। ਬਹੁਤ ਸਾਰੇ ਸੱਜਣ ਆਪਣੇ ਇਹ ਕਹਿ ਸਕਦੇ ਆ ਵੀ ਯਾਰ ਈਡੀ ਵਾਲਿਆਂ ਨੇ ਫੜਿਆ ਤਾਂ ਹੈ ਤੇ ਤੁਹਾਨੂੰ ਤਕਲੀਫ ਕੀ, ਤੁਹਾਨੂੰ ਕੀ ਤਕਲੀਫ ਹੁੰਦੀ? ਇਹ ਬੰਦੇ ਤਾਂ ਮਤਲਬ ਉਹ ਜਿਹੜੇ ਚੋਰ ਚੱਕੇ, ਬਿਲਕੁਲ ਅਸੀਂ ਮੰਨਦੇ, ਠੀਕ ਹੈ, ਪਰ ਦਾਨੇਵਾਲੀਆ ਸਾਹਿਬ ਈਡੀ ਨੇ ਜਿਹੜੇ ਪਿਛਲੇ ਸਮੇਂ 'ਚ ਮੁਕੱਦਮੇ ਉਹਨਾਂ ਦਾ ਕਨਵਿਕਸ਼ਨ ਰੇਟ ਕੀ ਹੈ? ਇਹੀ ਤਾਂ ਇੱਕ ਵੱਡੀ ਗੱਲ ਹੈ। ਕਨਵਿਕਸ਼ਨ ਰੇਟ ਤੁਸੀਂ ਹੈਰਾਨ ਹੋਵੋਗੇ, 1% ਹੈ ਵੀ 100 ਦੇ ਵਿੱਚ, ਜੇ 100 ਮੁਕੱਦਮਾ ਦਰਜ ਹੋਇਆ 100 ਦੇ ਵਿੱਚੋਂ 1, ਪਰ ਉਹਦੇ ਨਾਲ ਵੀ ਅੱਗੇ ਇੱਕ ਦਾ ਜਿਹੜਾ ਹੈਗਾ ਤੀਜਾ ਹਿੱਸਾ। ਅੱਛਾ ਜੀ। ਇੱਕ ਦਾ 1/3 ਜਿਹੜੀ ਹੈ ਕਨਵਿਕਸ਼ਨ ਰੇਟ ਹੈ। ਇਹਦਾ ਮਤਲਬ ਹੈ ਕਿ 99.67% ਉਹਨਾਂ ਦਾ ਉਹ ਬਰੀ ਹੋਏ ਉਹ ਕੁੱਟਲ ਹੈ। ਇਹਦਾ ਮਤਲਬ ਇਹ ਹੈ ਕਿ ਅਸਲ ਦੇ ਵਿੱਚ ਈਡੀ ਜਾਂ ਤਾਂ ਕੰਮ ਨਹੀਂ ਕਰਦੀ ਤੇ ਜਾਂ ਈਡੀ ਦਾ ਮਤਲਬ ਜਿਹੜੇ ਫੜਨੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਤੇ ਉਹਦਾ ਸਿਆਸੀ ਮਤਲਬ ਜਿਹੜੀਆਂ ਕਿਹੜਾ ਕੱਢਣ ਵਾਸਤੇ ਫਿਰ ਈਡੀ ਦੀ ਦੁਰਵਰਤੋਂ ਹੁੰਦੀ ਹੈ। ਇਹਦਾ ਮਤਲਬ ਮੇਰੇ ਖਿਆਲ ਮੁਤਾਬਕ ਇੰਨਾ ਕੀ ਬਣਦਾ ਹੈ। ਸੋ ਉਧਵ ਠਾਕਰੇ ਨੇ ਜਿਸ ਦੀਦਾ ਦਲੇਰੀ ਦੇ ਨਾਲ ਆਪਣੇ ਆਪ ਨੂੰ ਪਹਿਲਾਂ ਪੇਸ਼ ਕੀਤਾ,
ਫਿਰ ਉਹ ਅੱਜ ਗ੍ਰਿਫਤਾਰੀ ਵੀ ਉਹਦੀ ਬਕਾਇਦਾ ਪੈ ਗਈ, ਅਦਾਲਤ 'ਚ ਪੇਸ਼ ਕੀਤਾ ਹੋਣਾ, ਮੇਰੇ ਖਿਆਲ ਉਹਦਾ ਰਿਮਾਂਡ ਲੈਣਗੇ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਸੁਪਰੀਮ ਕੋਰਟ ਦਾ ਇੱਕ ਬੜਾ ਫੈਸਲਾ ਆਇਆ, ਵੱਡਾ ਇਹਦੇ ਤੇ ਈਡੀ ਤੇ। ਉਹਨਾਂ ਨੇ ਕਹਿੰਦਾ ਜੀ ਈਡੀ ਦੀ ਕਾਇਦੇ ਕਾਨੂੰਨ ਦੇ ਵਿੱਚ ਜੋ ਕੁਛ ਹੈਗਾ ਸਭ ਠੀਕ ਹੈ, ਜ਼ਮਾਨਤਾਂ ਵੀ ਛੇਤੀ ਨਹੀਂ ਹੋਣੀਆਂ, ਉਹ ਠੀਕ ਹੈ, ਸਭ ਕੁਛ ਜਾਇਜ਼ ਹੈ। ਤੇ ਲੱਗਦਾ ਹੈ ਵੀ ਉਧਰ ਠਾਕਰੇ ਨੂੰ ਜੇ 2-3 ਮਹੀਨੇ ਸ਼ਾਇਦ ਅੰਦਰ ਲਾਉਣੇ ਪੈਣ। ਉਧਰ ਨੂੰ ਕਿ ਦੂਜੇ ਨੂੰ? ਸੌਰੀ, ਆਪਣੇ ਸੰਜੇ ਰਾਉਤ, ਮਾਫ ਕਰਨਾ। ਚਲੋ ਸਭ ਦੋ ਕੁ ਵਪਾਰਕ ਸਨੇਹ ਤੇ ਲਈਏ, ਫਿਰ ਅਗਲੀ ਖਬਰ ਵੱਲ ਜਾਂਦੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਇਹ ਸਭ ਹੁਣ ਅਗਲੀ ਖਬਰ ਜਿਹੜੀ ਬੜੀ ਅਹਿਮ ਖਬਰ ਹੈ, ਕਹਿੰਦੇ MP ਸਾਹਿਬ ਦੀ ਯੂਨੀਵਰਸਿਟੀ ਨਾਲ ਬੇਇਨਸਾਫੀ ਹੋ ਗਈ ਹੈ ਜੀ। MP ਸਾਹਿਬ ਨਾਲ ਵੀ ਹੋ ਗਈ ਜੀ। ਅੱਛਾ ਜੀ। ਬੜੀ ਵੱਡੀ ਬੇਇਨਸਾਫੀ ਹੋ ਗਈ। ਹਾਂ, ਅਸਲ ਦੇ ਵਿੱਚ ਲਵਲੀ ਜਿਹੜੀ ਹੈਗੀ ਹੈ ਯੂਨੀਵਰਸਿਟੀ, LPU ਕਹਿੰਦੇ ਇਹਨੂੰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜੀ ਜੀ, ਇਹ ਹੈ ਤਾਂ ਜਲੰਧਰ ਦੇ ਵਿੱਚ, ਦੇਖਣ ਨੂੰ ਤਾਂ ਲੱਗਦੀ ਹੈ ਜਲੰਧਰ 'ਚ, ਪਰ ਹੈਗੀ ਪਰ ਜਿਹੜੀ ਹੈ ਜਿਹੜੀ ਜੇ ਆਪਾਂ ਦੇਖੀਏ ਭੂਗੋਲਿਕ ਸਥਿਤੀ ਤਾਂ ਦੀ ਉਹ ਕਪੂਰਥਲਾ ਫਗਵਾੜੇ 'ਚ ਪੈਂਦੀ ਹੈ। ਉੱਥੇ ਕਹਿੰਦੇ ਜੀ 6 ਕਨਾਲਾ ਜ਼ਮੀਨ ਹੈ। ਹਾਂ, 6 ਕਨਾਲਾਂ ਤੋਂ ਥੋੜੀ ਵੱਧ ਹੋਣੀ ਹੈ। ਉਹ ਜ਼ਮੀਨ ਕਹਿੰਦੇ ਇਹਨਾਂ ਦੇ ਕਬਜ਼ੇ ਦੇ ਵਿੱਚ ਹੈ। ਹਾਂ, 3 ਜੂਨ ਨੂੰ ਇੱਕ ਮੀਟਿੰਗ ਹੋਈ ਸੀ ਚੰਡੀਗੜ੍ਹ। ਅੱਛਾ ਜੀ। ਉਹਦੇ ਵਿੱਚ ਜਿਹੜੇ ਸਾਡੇ ਪੰਚਾਇਤ ਮੰਤਰੀ ਹੈ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਪਈ ਕਿ ਆ ਜਿਹੜੀ ਯੂਨੀਵਰਸਿਟੀ, ਆ ਜਿਹੜੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਹੈ। ਹਾਂ, ਤੇ ਪੰਚਾਇਤੀ ਜ਼ਮੀਨ ਲਵਲੀ ਯੂਨੀਵਰਸਿਟੀ ਵਾਲਿਆਂ ਦੇ ਕਬਜ਼ੇ 'ਚ ਕਿਉਂ ਆ ਬਈ? ਹਾਂ, ਇਸ ਕਰਕੇ ਇਸ ਜ਼ਮੀਨ ਨੂੰ ਵੀ ਖਾਲੀ ਕਰਵਾਇਆ ਜਾਵੇ ਜੀ, ਇਹਦਾ ਕਬਜ਼ਾ ਲੈਣ ਦੇ ਪ੍ਰਬੰਧ ਕੀਤੇ ਜਾਣ। ਅੱਛਾ ਜੀ। ਉਹਨਾਂ ਨੇ ਹੁਕਮ ਦਿੱਤਾ। ਹੁਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਹੈਗੇ ਆ ਜੀ, ਉਹ ਬੜੇ ਤਕੜੇ ਮੰਤਰੀ ਹੈ। ਔਰ ਉਹਨਾਂ ਨੇ ਜਿਹੜੀ ਮੁਹਿੰਮ ਵਿੱਢੀ ਹੈ ਵਧੀਆ ਵਿੱਢੀ ਹੈ। ਚਲੋ ਕਈ ਵਾਰੀ ਵਿੱਚ ਉਹਦੇ ਵਿੱਚ ਅਪਵਾਦ ਵੀ ਆ ਜਾਂਦਾ ਵੀ ਉਹ ਆ ਜੀ, ਕਈ ਵਾਰੀ ਉਹਨੂੰ ਮੈਨੇਜਮੈਂਟ ਵਾਲੀ ਗੱਲ ਹੈ, ਪਰ ਇੱਕ ਬੰਦੇ ਨੇ ਕੋਸ਼ਿਸ਼ ਤਾਂ ਕੀਤੀ ਹੈ ਨਾ ਕਿ ਪੰਚਾਇਤੀ ਜ਼ਮੀਨਾਂ ਖਾਲੀ ਕਰਵਾਈਆਂ ਜਾਣ। ਉਹ ਪੰਚਾਇਤੀ ਜ਼ਮੀਨਾਂ ਖਾਲੀ ਕਰਵਾਉਂਦਾ ਨੇ ਕਹਿੰਦਾ ਜੀ ਆਈ ਨੂੰ ਵੀ ਕਰਵਾਓ, ਇੱਥੇ ਵੀ ਆਓ। ਉਹ ਕਹਿੰਦੇ ਪਤਾ ਅਫਸਰਾਂ ਨੂੰ ਹੁਕਮ ਦਿੱਤਾ ਜੀ, ਤੇ ਪਰ ਅਫਸਰਾਂ ਨੇ ਜਿਹੜੇ ਨਾ ਪੈਰ ਦੇ ਮਲ ਲਏ। ਅੱਛਾ ਜੀ। ਗਾਹ ਨਹੀਂ ਤੁਰੀ। ਜੀ ਗੱਲ ਕੀ ਹੋ ਗਈ? ਫੇਰ ਪੁੱਛਿਆ ਕੀਤਾ ਵੀ ਇਹ ਕਿਉਂ ਨਹੀਂ ਤੁਰੀ? ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਇੱਕ ਬਣਾਇਆ ਹੋਇਆ ਸੀ ਨਾ, ਸੈੱਲ ਬਣਾਇਆ ਹੋਇਆ ਸੀ ਸਟੇਟ ਲੈਵਲ ਦੇ ਉੱਤੇ, ਉਹ ਸੈੱਲ ਨੇ ਵੀ ਬਹੁਤੀ ਕਾਰਵਾਈ ਨਹੀਂ ਕੀਤੀ। ਤੇ ਫਿਰ ਪਿਛਲੇ ਦਿਨਾਂ 'ਚ ਦੁਬਾਰਾ ਇਹਦੇ ਤੇ ਫਿਰ ਗੱਲਬਾਤ ਹੋਈ ਵੀ ਇਹਨੂੰ ਕਿਉਂ ਨਹੀਂ ਕਰਵਾਇਆ। ਤੇ ਜਲੰਧਰ ਦੇ ਕੇ ਜਿਹੜੇ ਸੀਗੇ ਜੀ ਅਧਿਕਾਰੀ, DDPO ਵਗੈਰਾ, ਉਹਨਾਂ ਨੂੰ ਕਹਿੰਦੇ ਰਿਪੋਰਟ ਪੇਸ਼ ਕਰੋ। ਅੱਛਾ ਜੀ।
ਉਹਨਾਂ ਨੇ ਰਿਪੋਰਟ ਪੇਸ਼ ਕਰਤੀ। ਉਹ ਕਹਿੰਦੇ ਜੀ ਨਹੀਂ ਸਾਡਾ ਨਹੀਂ ਇਹ ਮਾਮਲਾ ਕੁਛ। ਹੂੰ ਇਹ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ। ਹੂੰ ਉਸ ਪਿੰਡ ਦਾ ਨਾਂ ਵੀ ਕੋਈ ਕਲਲਾ ਜਿਹਾ ਹੀ ਹੈ, ਮੇਰੇ ਹੁਣ ਚੜ੍ਹ ਨਹੀਂ ਰਿਹਾ ਦਿਮਾਗ ਦੇ ਵਿੱਚ। ਹੂੰ ਹਰਦਾਸਪੁਰ ਜੀ। ਹਰਦਾਸਪੁਰ ਹੈ ਕਹਿੰਦੇ ਜੀ। ਉਸ ਹਰਦਾਸਪੁਰ ਜਿਹੜਾ ਕਪੂਰਥਲੇ 'ਚ ਪੈਂਦਾ ਹੈ, ਇਸ ਕਰਕੇ ਸਾਡੇ ਬਸ ਤਾਂ ਰੋਕ ਜੀ। ਹੂੰ ਉਹ ਕਹਿੰਦੇ ਜੀ ਫਿਰ ਕਪੂਰਥਲੇ ਵਾਲਿਆਂ ਨੂੰ ਸਾਹਮਣ ਕਰ ਲਓ। ਹੂੰ ਕਪੂਰਥਲੇ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਦੱਸੋ ਭਾਈ ਹੂੰ ਇਹ ਜ਼ਮੀਨ ਤੁਸੀਂ ਖਾਲੀ ਕਿਉਂ ਨਹੀਂ ਕਰਵਾਉਂਦੇ। ਹੂੰ ਉਹਦੇ ਜੀ ਦੇਖਦੇ ਆ ਅਖੀਰ ਜੀ ਉਹਨਾਂ ਨੇ ਹੁਣ ਆਪਣਾ ਪ੍ਰੋਸੈਸ ਸ਼ੁਰੂ ਕਰਤਾ ਖਾਲੀ ਕਰਵਾਉਣ ਵਾਸਤੇ। ਜਿਹੜੀ ਹੁਣ ਆਪਾਂ ਇਹਨਾਂ ਨੂੰ ਗੱਲ ਕਰੀਏ MP ਸਾਹਿਬ ਨੂੰ, MP ਸਾਹਿਬ ਤਾਂ ਵੱਡੀ ਚੀਜ਼ ਹੈ। ਹੂੰ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਹੂੰ ਜਦੋਂ 5 ਬੰਦਿਆਂ ਨੂੰ ਇੱਕਦਮ ਦਿੱਤੀਆਂ ਬਣਾਇਆ ਸੀ ਰਾਜ ਸਭਾ ਦੀਆਂ ਟਿਕਟਾਂ, ਉਸ ਵੇਲੇ ਜਿਹੜੇ ਸਾਡੇ ਇਹ MP ਸਾਹਿਬ ਲਵਲੀ ਯੂਨੀਵਰਸਿਟੀ ਦੇ ਕਰਤਾ ਧਰਤਾ ਹੂੰ ਉਹਨਾਂ ਨੂੰ ਵੀ ਬਣਾਤਾ ਸੀ ਅਸ਼ੋਕ ਮਿੱਤਲ ਹੋਰਾਂ ਨੂੰ ਪਾਰਲੀਮੈਂਟ ਦਾ ਮੈਂਬਰ। ਉਹ ਬਣ ਗਏ 6 ਸਾਲਾਂ ਦੇ ਲਈ। ਉਹਨਾਂ ਨਾਲ ਜਿਹੜਾ ਟ੍ਰਿਬਿਊਨ ਅਖਬਾਰ ਦੇ ਬੜੇ ਤਕੜੇ ਪੱਤਰਕਾਰ ਹੈ ਵਿਸ਼ਵ ਭਾਰਤੀ। ਅੱਛਾ ਜੀ। ਬੜੀਆਂ ਅਜੀਬ ਮਤਲਬ ਜਿਹੜੀਆਂ ਕਿ ਖੋਜੀ ਖਬਰਾਂ ਹੋ ਕੱਢਦੇ। ਹੂੰ ਤੇ ਉਹ ਵਿਸ਼ਵ ਭਾਰਤੀ ਨੇ ਫੋਨ ਕੀਤੇ ਤੇ ਉਹਨਾਂ ਦਾ ਫੋਨ ਜਿਹੜਾ ਸੀਗਾ ਜੀ ਆਊਟ ਆਫ ਰੇਂਜ ਆ ਰਿਹਾ ਸੀ ਜਾਂ ਅਵੇਲੇਬਲ ਨਹੀਂ ਸੀਗਾ। ਹੂੰ ਫਿਰ ਉਹਨੇ ਕਿਹਾ ਵੀ ਹੁਣ ਕਰੀਏ ਕੀ, ਵੀ ਪ੍ਰਧਾਨ ਜੀ ਤਾਂ ਮਿਲਦੇ ਨਹੀਂ ਕਿਉਂਕਿ ਚੇਅਰਮੈਨ ਵੀ ਉਹੀ ਹੈ, ਪ੍ਰਧਾਨ ਹੈ ਉਹਦੇ ਮੈਨੇਜਮੈਂਟ ਦੇ। ਫਿਰ ਉਹਨਾਂ ਨੇ ਉਹਦੇ ਛੋਟੇ ਭਰਾ ਨੂੰ ਅਮਨ ਮਿੱਤਲ ਨੂੰ ਫੋਨ ਕੀਤਾ ਜੀ ਵੀ ਮਿੱਤਲ ਸਾਹਿਬ ਆਹ ਦੱਸੋ ਕੀ ਗੱਲ ਹੈ। ਹੂੰ ਮਿੱਤਲ ਸਾਹਿਬ ਕਹਿੰਦੇ ਜੀ ਅਸਲ ਦੇ ਵਿੱਚ ਸਾਡਾ ਤਾਂ ਨਾਂ ਐਵੇਂ ਹੀ ਮੜਤਾ। ਹੂੰ ਇਹ ਜ਼ਮੀਨ ਜਿਹੜੀ ਹੈਗੀ ਹੈ ਜੀ ਇਹ ਤਾਂ ਕਹਿੰਦੇ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਨਾ ਹਸਨਪੁਰ ਦਾ, ਅੱਛਾ ਜੀ, ਹਰਦਾਸਪੁਰ ਦਾ ਜਿਹੜਾ ਨਾਲ ਹੀ ਹੈ ਜਿਹੜਾ ਲਾ ਗੇਟ ਕੋਲੇ ਆ। ਤੁਸੀਂ ਦੇਖਣਾ ਮੈਂ ਉੱਥੇ ਗਿਆ ਨਹੀਂ। ਹਾਂ ਕਹਿੰਦੇ ਗੁਰਦੁਆਰਾ ਸਾਹਿਬ ਹੈ ਨਾ ਜੀ ਜਿਹੜੀ ਤਾਂ ਜ਼ਮੀਨ ਤਾਂ ਉਹਨਾਂ ਕੋਲੇ, ਉਹਨਾਂ ਦੀ ਹੈ, ਸਾਡੇ ਕੋਲੇ ਹੈ ਨਹੀਂ। ਐਵੇਂ ਸਾਡੇ ਤਾਂ ਨਾ ਹੀ ਮੜਤੀ। ਅੱਛਾ ਹੁਣ ਦਾਨੇਵਾਲੀਆ ਸਾਹਿਬ ਵੇਖੋ ਕਿੱਡੀ ਵੱਡੀ ਬੇਇਨਸਾਫੀ ਹੈ। ਭਲੇ ਬੰਦੇ ਕਿੰਨੀ ਉਹਨਾਂ ਨੇ ਤਰੱਕੀ ਕੀਤੀ ਹੈ। ਮਠਿਆਈ ਦੀ ਦੁਕਾਨ ਤੋਂ ਯੂਨੀਵਰਸਿਟੀਆਂ ਦੇ ਮਾਲਕ ਤੇ ਯੂਨੀਵਰਸਿਟੀ ਤੋਂ ਬਾਅਦ ਰਾਜ ਸਭਾ ਤੱਕ ਪਹੁੰਚ ਗਏ ਤੇ ਯਾਰ ਉਹਨਾਂ ਦੇ ਨਾਲ ਜ਼ਮੀਨ ਕਰਤੀ। ਦੱਸੋ ਧੱਕਾ ਨਹੀਂ ਹੈਗਾ? ਬਹੁਤ ਧੱਕਾ ਜੀ। ਉਹਨਾਂ ਦੇ ਨਾਲ 6 ਕਨਾਲਾ ਜ਼ਮੀਨ ਹੈ ਤੇ ਉਹ ਜ਼ਮੀਨ ਤੁਸੀਂ ਦੇਖ ਲਓ ਉਹਦੀ ਕੀਮਤ ਕਿੰਨੀ ਕੁ ਹੋਊ। ਮੇਰੇ ਖਿਆਲ ਉੱਥੇ ਤਾਂ ਕਰੋੜਾਂ ਵਾਲਾ ਹਿਸਾਬ ਨਾ ਇੰਨਾ ਕੀ ਹੋਊਗਾ ਜੀ। ਠੀਕ ਹੈ, ਉਹ ਜ਼ਮੀਨ ਨਾ ਕਰਤੀ। ਸਵਾਲ ਵੱਡਾ ਇਹ ਹੁੰਦਾ ਵੀ ਇਹ ਜ਼ਮੀਨ ਤੁਹਾਡੇ ਨਾਲ ਕਿਉਂ ਨਹੀਂ ਹੋ ਗਈ? ਤੁਹਾਡੇ ਨਾਲ ਕਿਤੇ ਕੋਈ ਗਲਤੀ ਨਾਲ ਕਿਤੇ 1 ਏਕੜ ਕੀ ਕਨਾਲ ਦੀ ਜ਼ਮੀਨ ਹੋਈ ਹੋਣੀ, ਉਹਨਾਂ ਦੇ ਨਾਲ ਜ਼ਮੀਨ ਵੀ ਹੋ ਗਈ। ਤੇ ਜ਼ਮੀਨ ਕੀਤੀ ਕੀ ਨੇ ਜੀ? ਸਰਕਾਰੀ ਕਰਿੰਦਿਆਂ ਨੇ। ਉਹ ਸਰਕਾਰ ਕੀ ਦੀ? ਆਮ ਆਦਮੀ ਪਾਰਟੀ ਦੀ। ਤੇ ਜਿਹੜੇ ਹੈਗੇ ਆ ਮਿੱਤਲ ਸਾਹਿਬ, ਅਸ਼ੋਕ ਮਿੱਤਲ ਜੀ, ਉਹ ਵਿਧਾਇਕ ਆਪਣੇ ਮੈਂਬਰ ਪਾਰਲੀਮੈਂਟ, ਉਹ ਆਮ ਆਦਮੀ ਪਾਰਟੀ ਦੇ। ਉਹ ਤਾਂ ਸੱਤਾਂ ਚੋਂ ਇੱਕ ਹੈ, ਬਹੁਤ ਪਾਵਰਫੁਲ ਬੰਦੇ। ਉਹਦਾ ਕਾਰਨ ਕੀ ਹੈ? ਹੁਣ ਇਹ ਉਹਨਾਂ ਨਾਲੇ ਧੱਕਾ ਕਿਵੇਂ ਹੋ ਗਿਆ? ਪਰ ਜੇ ਆਪਾਂ ਦੂਜੇ ਪਾਸੇ ਪੁੱਠੇ ਪਾਸੋਂ ਕੰਮ ਸ਼ੁਰੂ ਕਰ ਲਈਏ ਜੀ, ਵੀ ਉਹਨਾਂ ਨੂੰ ਟਿਕਟ ਕਿਹਨੇ ਦਿੱਤੀ ਸੀ? ਭਗਵੰਤ ਸਿੰਘ ਮਾਨ ਨੇ ਦਿੱਤੀ ਨਹੀਂ। ਭਗਵੰਤ ਸਿੰਘ ਮਾਨ ਨੇ ਤਾਂ ਮਗਰਲੀ ਟਿਕਟ ਇੱਕੋ ਹੀ ਦਿੱਤੀ ਹੈ ਸੰਤ ਸੀਚੇਵਾਲ ਨੂੰ। ਬਿਕਰਮਜੀਤ ਸਿੰਘ ਸਾਨੀ ਨੂੰ ਵੀ ਚਲੋ ਉਹ ਦਿੱਲੀ ਦਾ ਕਨੈਕਸ਼ਨ ਆ, ਭਾਵੇਂ ਉਹਨਾਂ ਦਾ ਸਿੱਖ ਕਰਕੇ ਦਿੱਤੀ, ਉਹ ਵੱਖਰੀ ਗੱਲ ਹੈ। ਬਾਕੀ ਟਿਕਟਾਂ ਤਾਂ ਸਾਰੀਆਂ ਆਮ ਆਦਮੀ ਪਾਰਟੀ ਦੀ ਉੱਪਰਲੀ ਲੀਡਰਸ਼ਿਪ ਨੇ ਦਿੱਤੀਆਂ। ਹੁਣ ਉੱਪਰਲੀ ਲੀਡਰਸ਼ਿਪ ਨੇ ਮਿੱਤਲ ਸਾਹਿਬ ਨੂੰ ਵੀ, ਅਸ਼ੋਕ ਜੀ ਨੂੰ ਵੀ ਟਿਕਟ ਦੇਤੀ ਜੀ। ਕਿਤੇ ਮੇਰਾ ਖਿਆਲ ਹੈ ਵੀ ਪੁੱਠਾ ਗਿਰ ਤਾਂ ਨਹੀਂ ਪੈ ਗਿਆ ਵੀ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਦਿੱਤਾ ਭਾਈ ਫਿਰ ਕਬਜ਼ੇ 'ਚ ਜਿਹੜੀਆਂ ਉਹਨਾਂ ਨੂੰ ਵੀ ਲੈ ਆਓ ਤੇ ਉਹਨਾਂ ਨੂੰ ਧਰਮ ਸੰਕਟ ਦੇ ਵਿੱਚ ਪਾ ਦਿਓ। ਹੁਣ ਇਹ ਧਰਮ ਸੰਕਟ ਦੇ ਵਿੱਚ ਪੈ ਗਏ ਤੇ ਨਿਕਲਣਾ ਕੀ ਹੈ ਇਹ ਤਾਂ ਲੱਗੂ ਪਤਾ। ਤੇ ਨਾਲ ਇਹ ਆ ਵੀ ਹੁਣ ਵਿਰੋਧੀ ਧਿਰ ਦੇ ਕੋਲੇ ਵੀ ਇੱਕ ਆ ਗਿਆ ਮਾਮਲਾ, ਮੁੱਦਾ ਆ ਗਿਆ ਕਿ ਤੁਸੀਂ ਜੀ ਸਿਮਰਜੀਤ ਸਿੰਘ ਮਾਨ ਵਾਲੀ ਗੱਲ ਕਹੀ, ਉੱਥੇ ਕਹਿੰਦੇ ਸਿਮਰਜੀਤ ਸਿੰਘ ਮਾਨ ਦਾ 125 ਏਕੜ ਇਮਾਨ ਸਿੰਘ ਮਾਨ ਦੀ। ਅੱਜ ਉਹ ਕਹਿੰਦੇ ਵੀ ਉੱਥੇ ਏਕੜ ਨਹੀਂ ਵਿਗੇ ਆ। ਉਹਦੇ ਨਾਲ ਤਾਂ ਕਹਿੰਦੇ ਜ਼ਮੀਨ ਹੀ ਸਾਰੀ ਉਹਨਾਂ ਦੇ ਭਾਣਜੇ ਦਾ ਵੀ ਆਇਆ ਸੀ। ਉਹ ਕਹਿੰਦੇ 12-13 ਕਿੱਲੇ ਜ਼ਮੀਨ ਹੀ। ਢਿੱਲੋਂ ਸਾਹਿਬ ਕਈ ਵਾਰੀ ਫਿਰ 2828 ਏਕੜ ਨੂੰ ਉਹ ਆਇਆ ਨਾ, ਜਿਵੇਂ ਆਪਣੇ ਤੁਹਾਨੂੰ ਮੈਂ ਦੱਸਦਾ ਕਿ ਸ਼ੁਗਲਾ ਥੋੜਾ ਜਿਹਾ ਮੈਂ ਟਾਈਮ ਲਊਂਗਾ, ਉਹ ਤਾਂ ਆਪਾਂ ਕਿਤੇ ਕੰਮ ਵੀ ਜਾਣਾ ਤੇ ਥੋੜਾ ਬ੍ਰੇਕ ਦੇ ਵਿੱਚ ਮੁੜ ਵੀ ਆਵਾਂਗੇ। ਗੱਲ ਇਹ ਹੈ ਵੀ ਆਪਣੇ ਪਟਿਆਲੇ ਕਿੰਨੀ ਬਿੱਗਾ ਗਿਣਦੇ? ਹਾਂਜੀ, ਇੱਥੋਂ ਬਠਿੰਡੇ ਦੇ ਕਿਸੇ ਬੰਦੇ ਨੇ ਰਿਸ਼ਤਾ ਕਰਨਾ ਸੀਗਾ, ਉਹ ਕਹਿੰਦਾ ਜੀ 100 ਬਿੱਗਾ ਜ਼ਮੀਨ ਹੈ। ਉਹਨੇ ਉਂਗਲਾਂ ਭੰਨੀਆਂ 5 ਕਨਾਲਾਂ ਦੇ ਬਿੱਗੇ ਨਾਲ। ਕਹਿੰਦਾ ਵੀ 500 ਕਨਾਲ ਹੋਊਗੀ, ਚਲੋ ਬਾਹਲੀ ਨਾ, ਉਹ 8 ਨਾ ਕਰ ਦਿਓ, 60-65 ਕਿੱਲੇ ਫਿਰ ਵੀ ਬਣ ਗਈ। ਉਹਨੇ ਕਰਤਾ। ਉਹ ਗਾਂ ਹਿਸਾਬ ਕਿਤਾਬ ਜਾ ਜੋ ਕੁੜੀ ਗਈ, ਉਹਨੇ ਦੇਖਿਆ ਵੀ ਉਹ ਆ ਕੇ ਆਪਦੇ ਪਿਓ ਨੂੰ ਕਹਿੰਦੀ ਭਾਈ ਉੱਥੇ ਗੱਲ ਜੀ ਤਾਂ 100 ਬਿੱਗੇ ਵਾਲੀ ਤਾਂ ਹੈ ਨਹੀਂ। ਉਹ ਕਹਿੰਦੇ ਜੀ ਸਾਡਾ ਤਾਂ ਬਿੱਗਾ ਕਹਿੰਦੇ ਸਾਰੇ 1.5 ਕਨਾਲ ਦਾ ਹੁੰਦਾ। ਅੱਛਾ, ਪਟਿਆਲੇ 'ਚ 1.5 ਕਨਾਲ ਵਾਲਾ ਹੈ? ਅੱਛਾ, ਕਈ ਥਾਵਾਂ ਤੇ। ਲੁਧਿਆਣੇ ਵੀ ਬਿੱਗਾ 1000 ਗਜ ਦਾ। ਅੱਛਾ, ਕਨਾਲ ਜਿਹਨੂੰ ਆਪਾਂ ਆਪਣਾ 2 ਕਨਾਲ ਦਾ 2 ਕਨਾਲ ਦਾ। ਹਾਂ, 500 ਗਜ ਦੀ। ਕਈ ਥਾਵਾਂ ਤੇ ਖੇਤ ਕਹਿ ਦਿੰਦੇ। ਹਾਂ, ਖੇਤ ਤਾਂ ਵੈਸੇ ਆਮ ਹੀ ਕਹਿ ਦਿੰਦੇ। ਹਾਂ, ਇੰਨੇ ਖੇਤ ਹੈ, ਇੰਨੇ ਖੇਤ। ਆਹ ਚੀਜ਼ਾਂ ਜੀ। ਹਾਂਜੀ। ਉਹ ਮੇਰੇ ਖਿਆਲ ਮੁਤਾਬਕ ਫਿਰ ਇਹ ਹੈ ਨਾ, ਜਿਹੜਾ ਹੁਣ ਇਹ ਤਾਂ ਜੀ ਪੰਗਾ ਤਾਂ ਲੱਗਦਾ ਪੈ ਗਿਆ ਕਿਉਂਕਿ ਦਿੱਲੀ ਵਾਲੇ ਦੇ ਪਾਰਲੀਮੈਂਟ ਦੇ ਮੈਂਬਰ ਨੂੰ ਕੁਲਦੀਪ ਸਿੰਘ ਹੋਰਾਂ ਦੀ
ਮਿਨਿਸਟਰੀ ਜੇ ਘੇਰਦੀ ਹੈ ਬਸ ਫਿਰ ਸਮਝ ਤਾਂ ਲਓ ਫਿਰ ਤਾਂ ਸਮਝ ਲਓ ਵੀ ਭੌਂਕਦੀਆਂ ਕੁੱਤੀਆਂ। ਹਾਂ, ਸੋ ਸ਼ੁਕਰੀਆ, ਚਲੋ ਸਭ ਬ੍ਰੇਕ ਲੈਣੇ। ਸੋ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ, ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਸੋ ਮਾਫੀ ਚਾਹੁੰਦੇ ਹਾਂ, ਥੋੜ੍ਹਾ ਜਿਹਾ ਸਾਨੂੰ ਕੰਮ ਖਿੱਚ ਕੇ ਰੱਖਣਾ ਪੈਣਾ ਕਿਉਂਕਿ ਸਾਡੇ ਵੀ ਇਲੈਕਸ਼ਨ ਨੇ ਜੀ ਕਲੱਬ ਦੇ, ਅਤੇ ਉੱਧਰ ਵੀ ਥੋੜ੍ਹਾ ਜਿਹਾ ਸਮਾਂ ਦੇਣ ਦੀ ਪੈਂਦੇ। ਸੋ ਬ੍ਰੇਕ ਤੋਂ ਬਾਅਦ ਫਿਰ